गुरु जी की साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। गुरमुख प्यारिओ, जो आपां नूं गुरबाणी गुरु विच सतगुरां ने उपदेश बख्शिश कीता है, जिथे गुरबाणी गुरु विच सच दी अते नाम दी महिमा हो रही, उथे नाल जिहड़े गुरमुख भगती करदे, सच दी नाम दी आराधना करदे, उहदे भगतां दी भी वडियाई हो रही। गुरमुखां दी मैं महिमा कीती है। महाराज दसदे भी परमात्मा सानू उदों चेते आउंदा जदों सानू उहदे भगतां दा संग हुंदा। उहदे भगतां दा संग करके सानू मालक चेते आउंदा। साडे मन दी जिहड़ी मैल वो कटी जांदी जदों असीं फिर साध संगत करते हैं, भगतां दा साधुआं दा संग करते। महाराज फरमाउंदे ने, आवे साहिब चित तेरियां भगतां डिठियां, मन की कटिए मैल साध संग वठियां। साध संग जाके साडे मन की मैल कटी जाती, साडा मन धोता जाता, साडा मन शुद्ध हो जाता। हौली इसलिए फिर सानू समझाउंदे भी संसार दे विच जिन्हां दे दर्शन करन दे नाल, जिन्हां दा संग करन दे नाल साडी जिहड़ी भैड़ी मत है
ਇਹ ਖਤਮ ਹੋ ਜਾਂਦੀ, ਸਾਡੇ ਅੰਦਰੋਂ ਦੁਵਿਧਾ ਖਤਮ ਹੋ ਜਾਂਦੀ। ਅਸਲ ਦੇ ਵਿੱਚ ਉਹ ਗੁਰਮੁਖ ਸਾਡੇ ਮਿੱਤਰ ਨੇ, ਉਹ ਸਾਡੇ ਸੱਜਣ। ਪਰ ਐਸੇ ਗੁਰਮੁਖ ਸੰਸਾਰ ਦੇ ਵਿੱਚ ਵਿਰਲੇ ਵਿਰਲੇ ਨੇ, ਬਹੁਤ ਥੋੜ੍ਹੇ ਨੇ। ਮਾਰੇ ਫਰਮਾਉਂਦੇ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੇ, ਮਿੱਤਰ ਸਾਡੜੀ ਸੀ ਹਉ ਢੰਢੇਂਦੀ ਜਗ ਸਵਾਇਆ, ਜਨ ਨਾਨਕ ਵਿਰਲੇ ਕੀ। ਵੀ ਅਸੀਂ ਸਾਰਾ ਜਗ ਢੂੰਡ ਕੇ ਦੇਖ ਲਿਆ ਵੀ ਉਹ ਗੁਰਮੁਖ ਵਿਰਲੇ ਵਿਰਲੇ, ਜਿਨ੍ਹਾਂ ਨੂੰ ਮਿਲ ਕੇ ਸਾਡੇ ਅੰਦਰੋਂ ਭੈੜੀ ਮੱਤ ਜਿਹੜੀ ਉਹ ਖਤਮ ਹੁੰਦੀ, ਦੁਵਿਧਾ ਵੈਰ ਵਿਰੋਧ ਖਤਮ ਹੁੰਦੀ। ਹੌਲੀ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੀ ਵੀ ਉਹਨਾਂ ਦਾ ਜਦੋਂ ਸਾਨੂੰ ਸੰਗ ਹੁੰਦਾ ਗੁਰਮੁਖਾਂ ਦਾ, ਸੰਤਾਂ ਦਾ, ਸਾਧੂਆਂ ਦਾ, ਫਿਰ ਸਾਡੇ ਮਨ ਦੇ ਉੱਤੋਂ ਮੈਲ ਲੈਂਦੀ। ਅਤੇ ਜਦੋਂ ਮਨ ਦੀ ਮੈਲ ਲਏਗੀ ਫਿਰ ਇਹ ਨਿਰਮਲ ਹੋ ਜਾਏਗੀ, ਧੋਤਾ ਜਾਏਗਾ, ਸ਼ੁੱਧ ਹੋ ਜਾਏਗਾ। ਜਦੋਂ ਸਾਡਾ ਮਨ ਸ਼ੁੱਧ ਹੋਏਗਾ, ਨਿਰਮਲ ਹੋਏਗਾ, ਫਿਰ ਹੀ ਅਸੀਂ ਆਪਣੇ ਆਪੇ ਦੀ ਪਹਿਚਾਣ ਕਰ ਸਕਦੇ ਵੀ ਅਸੀਂ ਕੌਣ ਹਾਂ, ਸਾਡਾ ਸਰੂਪ ਕੀ ਹੈ। ਜਦ ਤੱਕ ਹੁਣ ਮਨ ਮੈਲਾ, ਸਾਨੂੰ ਆਪਣੇ ਆਪੇ ਦੀ ਸੋਝੀ ਨਹੀਂ ਆਉਂਦੀ ਵੀ ਸਾਡਾ ਕੀ ਸਰੂਪ ਹੈ, ਅਸੀਂ ਕੌਣ ਹਾਂ। ਹੁਣ ਤਾਈਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਧ ਸੰਗਤ ਕਰੋ। ਸਾਧ ਸੰਗਤ ਦੇ ਵਿੱਚ ਪਹੁੰਚਣ 'ਤੇ ਸਾਡੇ ਮਨ ਦੀ ਮੈਲ ਇਕੱਠੀ ਜਾਂਦੀ, ਸਾਡੇ ਮਨ ਦੀ ਮੈਲ ਉਤਰ ਜਾਂਦੀ। ਹੁਣ ਉਹਨਾਂ ਦੀ ਮੈਲ ਲੈਂਦੀ ਜਿਹੜੇ ਸਾਧ ਸੰਗਤ ਕਰਕੇ ਪਰਮਾਤਮਾ ਦੇ ਗੁਣ ਗਾਉਂਦੇ, ਜਿਹੜੇ ਸਿਮਰਨ ਕਰਦੇ। ਨਹੀਂ ਤਾਂ ਇਹ ਸੰਸਾਰ ਦੇ ਵਿੱਚ ਜੀਵ ਜਾਂਦੇ ਤੀਰਥਾਂ ਦੇ ਉੱਤੇ, ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਦੇ। ਪਰ ਮਹਾਰਾਜ ਕਹਿੰਦੇ ਕਲਯੁਗ ਦੇ ਸਮੇਂ ਦੇ ਵਿੱਚ ਜੀਵ ਕਰੋੜਾਂ ਵਾਰੀ ਤੀਰਥਾਂ 'ਤੇ ਜਾਇਆ ਵੇ, ਕਰੋੜਾਂ ਵਾਰੀ ਇਸ਼ਨਾਨ ਕਰਿਆ ਵੀ। ਜੇ ਉਹ ਸਾਧ ਸੰਗਤ ਨਹੀਂ ਕਰਦਾ, ਨਹੀਂ ਉਹ ਗੁਰੂ ਦੀ ਮੱਤ ਲੈਂਦਾ, ਅਤੇ ਉਹਦੇ ਮੈਲ ਤੋਂ ਮੈਲ ਜਿਹੜੀ ਉਹ ਉਤਰਦੀ ਨਹੀਂ, ਉੱਥੋਂ ਹੋਰ ਦੂਣੀ ਚੜ੍ਹਾ ਕੇ ਆ ਜਾਂਦਾ। ਸਤਿਗੁਰੂ ਇਸ ਲਈ ਫਰਮਾਉਂਦੇ ਕੋਟ ਮੱਜਨ ਤੀਰਥ ਇਸ਼ਨਾਨਾ, ਇਸ ਕਲਮੇ ਮੈਲ ਭਰੀ 'ਚ ਸਾਧ ਸੰਗਤ ਜੋ ਹਰ ਗੁਣ ਗਾਵੇ, ਸੋ ਨਿਰਮਲ ਕਰ ਲੀਜੇ। ਬਈ ਉੱਦਾਂ ਤਾਂ ਜੀਵ ਕਰੋੜਾਂ ਵਾਰ ਜਾਵੇ ਤੀਰਥਾਂ 'ਤੇ ਇਸ਼ਨਾਨ ਕਰੇ, ਉਹਦੇ ਮਨ 'ਤੇ ਹੋਰ ਮੈਲ ਲੱਗ ਜਾਂਦੀ। ਕਿਉਂਕਿ ਜੇ ਅਸੀਂ ਗੁਰੂ ਦੀ ਮੱਤ ਨਹੀਂ ਲਈ, ਨਹੀਂ ਸੋਝੀ ਲਈ, ਤਨ ਦਾ ਤਾਂ ਇਸ਼ਨਾਨ ਕਰ ਲਾਂਗੇ, ਮਨ ਦਾ ਇਸ਼ਨਾਨ ਨਹੀਂ ਹੁੰਦਾ। ਮਨ ਦਾ ਇਸ਼ਨਾਨ ਫੇਰ ਹੋਣਾ ਜਦੋਂ ਅਸੀਂ ਸਾਧ ਸੰਗਤ ਦੇ ਵਿੱਚ ਆ ਕੇ ਪਰਮਾਤਮਾ ਦੇ ਗੁਣ ਗਾਉਂਦੇ। ਜਿਵੇਂ ਹੁਣ ਆਪਾਂ ਸਾਰੇ ਮਿਲ ਕੇ ਸਿਮਰਨ ਕਰਦੇ ਹਾਂ, ਇਹ ਸਿਮਰਨ ਕਰਨ ਦੇ ਨਾਲ ਸਾਡੇ ਮਨ ਤੋਂ ਮੈਲ ਲੈਂਦੀ। ਇੱਕ ਤਾਂ ਹੈ ਹੀ ਮਨ ਨੂੰ ਧੋਣ ਦਾ ਤਰੀਕਾ। ਮਹਾਰਾਜ ਫਰਮਾਉਂਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਇਹ ਜਦੋਂ ਅਸੀਂ ਪਰਮਾਤਮਾ ਨੂੰ ਸਿਮਰਾਂਗੇ, ਸਾਡਾ ਮਨ ਅਤੇ ਮਨ ਦਾ ਜਿਹੜਾ ਸੂਖਮ ਤਨ ਹੈ ਉਹ ਰੋਗ ਰਹਿਤ ਹੋ ਜਾਣਗੇ ਦੋਵੇਂ, ਮਨ ਵੀ ਅਤੇ ਮਨ ਦਾ ਤਨ ਵੀ। ਇਹ ਦੂਸਰਾ ਤਰੀਕਾ ਹੈ ਸ਼ਬਦ ਦੀ ਵਿਚਾਰ। ਜਦੋਂ ਹੁਣ ਆਪਾਂ ਇੱਕ ਜਾਣਾ ਗੁਰਬਾਣੀ ਗੁਰੂ ਦੀ ਵਿਚਾਰ ਕਰਦੇ, ਬਾਕੀ ਆਪਾਂ ਧਿਆਨ ਨਾਲ ਸੁਣਦੇ ਹਾਂ, ਇਹਦੇ ਨਾਲ ਸਾਡਾ ਮਨ ਅਤੇ ਮਨ ਦਾ ਤਨ ਧੋਤਾ ਜਾਂਦਾ, ਸਾਡੇ ਮਨ ਦੀ ਮੈਲ ਉਤਰਦੀ। ਮਹਾਰਾਜ ਫਰਮਾਉਂਦੇ ਮਨ ਤਨ ਧੋਵੇ ਸ਼ਬਦ ਵਿਚਾਰੀ, ਕਿ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ, ਸਾਡਾ ਮਨ ਅਤੇ ਮਨ ਦਾ ਤਨ ਦੋਵੇਂ ਧੋਤੇ ਜਾਣ, ਸਾਡੇ ਮਨ ਦੀ ਮੈਲ ਉਤਰਨੀ, ਇਹਨੇ ਨਿਰਮਲ ਹੋ ਜਾਣਾ। ਹੁਣ ਇਸ ਵਾਸਤੇ ਫਿਰ ਜਦ ਤੱਕ ਸਾਨੂੰ ਮਨ ਨੂੰ ਧੋਣ ਦਾ ਤਰੀਕਾ ਨਹੀਂ ਆਉਂਦਾ, ਵਿਧੀ ਜੁਗਤੀ ਨਹੀਂ ਆਉਂਦੀ, ਉਹਨਾਂ ਸਮਾਂ ਜੀਵ ਦਾ ਮਨ ਹੈ ਜਿਹੜਾ ਉਹ ਧੋਤਾ ਨਹੀਂ ਜਾਂਦਾ।
बेशक वो आपदी मत द्वारा सिमरन भी करता है, गुरबाणी भी पढ़ता है, पर जे असी गुरु की मत नहीं लई, नहीं विधि, नहीं तरीका सिखिया, फिर साडे मन तो मैल नहीं लैनी। महाराज ताइयों सानू समझाउंदे भी कल्ला पढ़न दे नाल मन की मैल नहीं लैंदी, ज़्यादा क मन है जिहड़ा गुरु की शरण च नहीं जांदा। बेशक महाराज कहते तुसीं ये भेद उन्हां तो लवो गुरमुखां तो जिन्हां नूं ये सारा ज्ञान है, ये सोझी। फरमाउंदे ने पढ़िया मैल ना उतरे, पुछो ज्ञानियां जाई, मन मेरे कोल शरण आए तां निर्मल होई, मन मुख हर हर कर थके मैल न सकी धोई। जीव आपदी मत द्वारा कर करके थक गए, सिमरन भी किया, गुरबाणी भी पढ़ी, पर मन की मैल ना लथी। मन दे विचों वैर विरोध, ईरखा नफरत सी जिहड़ी वो गई हुई नहीं, हौमे हंकार सी जिहड़ा खत्म नहीं होए। और ਇਹਦਾ मतलब भी मन तो शुद्ध होया ही, मन तो धोता ही ना की। मन की जदों मैल लथेगी, मन ने नीवा होना, फिर इन्हें नमाना होना। जिन्ना मन निर्मल होएगा उन्ना नमाना होएगा, उन्ना नीवा होएगा। जिन्ना मन ज़्यादा मैला होएगा उन्ना ही ये हंकारी होएगा, उन्ना ही हौमे विच होएगा। ताइयों फिर जीव दे अंदर हंकार हौमे ये खत्म नहीं होंदा जदों जीव आपदी मत द्वारा चलदा। ये महाराज कहंदे भी जे तुसीं सुखी होना फिर तुसीं नीवें हो, मन करके तुसीं नमाणे होवो, गरीब होवो, मस्कीन होवो। फरमाउंदे ने सुखी वसे मस्कीनियां, आप निवार तले बड़े बड़े अहंकारियां, नानक गर्भ गले। बई जिहड़े हंकारी वो तो दुखी होंदे, शांत होंदे। जिहड़ा मस्कीन हो गया मन करके, गरीब हो गया, जिहड़ा नमाना हो गया, नीमा हो गया, वो सुखी वस्त, सुखी वसे मस्कीनी। जिहड़ा मस्कीन गरीब है मन करके, वो सुखी वस्त। हुण मन करके मस्कीन फिर हुंदा जे मन की मैल उतरे। मन की मैल तां उतरदी जे असीं सत्संगत करते हैं। जद तक जीव सत्संगत नहीं करता उहदा मन है जिहड़ा मैल दे नाल भरिया रहिंदा। ते बिना भागां तो सानूं ये सत्संगत नहीं लभदी। महाराज ताइयों फरमाउंदे बिन भागां सतसंग न लभे, बिन संगत मैल भरी जे जीओ। सत संगत तो बिना जीव दिन रात मन दे नाल होर तो होर भरी जा रही है, वो शुद्ध नहीं हो रही। जे आप आखिए भी जीव ज्यों-ज्यों जीव की उम्र वधदी, संसार च आप कहने भी ये बजुर्ग हो गया, ये सियाणा हो गया, तो कला उम्र वधण दे नाल जीव सियाणा नहीं हुंदा। जे वो गुरु की मत नहीं ले रहे है तो फिर तो ਉਹਦੇ अंदर हौमे हंकार तो उवें ही दुबदा, उवें ही है। विचार ਉਹਦੇ होर वध गए तो रोग होर वध गए। इस वास्ते फिर इस तरह जीव उम्र वधण दे नाल सियाणा नहीं हुंदा जे वो गुरु की मत नहीं लैंदा। हुण इहो कारण है भी जे साडा मार्ग सही नहीं, असीं गुरबाणी गुरु दे दसे राह ते उत्ते नहीं चल रहे, ज्यों-ज्यों जीव की उम्र वधेगी त्यों-त्यों होर अशांत होर दुखी हुंदा जांदा। ਉਹਦੇ ਜਿਹੜੇ ਵਿਚਾਰ ਨੇ ਉਹ ਵਿਚਾਰ ਹੋਰ ਵੱਧਦੇ ਜਾਂਦੇ। ਜਿਵੇਂ ਆਪਾਂ ਆਮ ਹੀ ਸੰਸਾਰ 'ਚ ਦੇਖਦੇ ਹਾਂ,
ਜੀਵ ਕਹਿ ਦਿੰਦੇ ਵੀ ਜਦੋਂ ਬਜ਼ੁਰਗ ਹੋ ਗਿਆ ਤਾਂ ਆਪ ਮੁਹਾਰੀ ਬੋਲੀ ਜਾਂਦਾ, ਇਹ ਤਾਂ ਹੁਣ ਬੱਚਿਆਂ ਵਰਗੀ ਇਹਦੀ ਮੱਤ ਹੋ ਗਈ ਬਈ ਹੁਣ ਬਜ਼ੁਰਗ ਹੋ ਗਿਆ, ਉਹਨੂੰ ਪਤਾ ਨਹੀਂ ਲੱਗਦਾ ਵੀ ਕੀ ਬੋਲਣਾ। ਹੁਣ ਉਹ ਕੀ ਹੈ ਵੀ ਉਹਦੇ ਵਿਚਾਰ ਹੀ ਇੰਨੇ ਵੱਧ ਗਏ, ਫੁਰਨੇ ਹੀ ਇੰਨੇ ਵਧੇ ਪਏ ਨੇ ਵੀ ਜੀਵ ਨੂੰ ਨੀਂਦ ਨਹੀਂ ਆਉਂਦੀ। ਉਹ ਆਪਣੇ ਘਰ ਨਹੀਂ ਜਾਂਦਾ ਕਿਉਂਕਿ ਉਹ ਮਨ ਇੰਨਾ ਮੈਲਾ ਹੋ ਗਿਆ ਵਿਚਾਰਾਂ 'ਚ ਵੀ ਉਹਦੇ ਵਿਚਾਰ ਰੁਕਦੇ ਹੀ ਨਹੀਂ, ਫੁਰਨੇ ਰੁਕਦੇ ਹੀ ਨਹੀਂ। ਜੇ ਵਿਚਾਰ ਰੁਕਣ ਤੇ ਉਹ ਘਰ ਜਾਵੇ, ਉਹ ਵਿਚਾਰ ਰੁਕਦੇ ਨਹੀਂ, ਇਸ ਕਰਕੇ ਉਹਨੂੰ ਨੀਂਦ ਨਹੀਂ ਆਉਂਦੀ। ਹੁਣ ਆਪਾਂ ਆਖੀਏ ਵੀ ਉਹ ਸਿਆਣਾ ਹੋ ਗਿਆ ਜੀ, ਤੇ ਉਹ ਸਿਆਣਾ ਥੋੜ੍ਹੀ ਹੋਇਆ, ਉਹਦੇ ਵਿਚਾਰ ਹੋਰ ਵੱਧ ਗਏ ਤੇ ਹੋਰ ਰੋਗੀ ਹੋ ਗਈ। ਉਹਦਾ ਮਨ ਸੀ ਜਿਹੜਾ ਉਹਦਾ ਹੋਰ ਕਮਲਾ ਹੋ ਗਿਆ ਕਿਉਂਕਿ ਵਿਚਾਰ ਹੋਰ ਵੱਧ ਗਏ, ਫੁਰਨੇ ਹੋਰ ਵੱਧ ਗਏ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਿਆਣਾ ਉਹ ਗੁਰਮੁਖ ਹੈ ਜਿਹਨੂੰ ਨਾਮ ਦਾ ਭੇਤ ਹੈ, ਜਿਹੜਾ ਨਾਮ ਦੇ ਨਾਲ ਜੁੜਿਆ, ਜਿਹੜਾ ਹੁਕਮ ਦੇ ਵਿੱਚ ਚੱਲਦਾ, ਉਹੀਓ ਸਿਆਣਾ ਤੇ ਉਹੀਓ ਇੱਜ਼ਤ, ਉਹੀਓ ਪਤਵਲ। ਸੋਈ ਸਿਆਣਾ ਸੋ ਪਤਵੰਤਾ, ਹੁਕਮ ਲਗੇ ਜਿਸ ਮੀਠਾ ਜੀਓ, ਵੀ ਜਿਹਨੂੰ ਪਰਮਾਤਮਾ ਦਾ ਹੁਕਮ ਮਿੱਠਾ ਲੱਗਦਾ ਉਹੀਓ ਸਿਆਣਾ ਤੇ ਉਹੀਓ ਇੱਜ਼ਤ ਪੱਤ ਵਾਲਾ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਮਨ ਮੈਲਾ ਹੁੰਦਾ, ਇਹ ਹੰਕਾਰੀ ਹੁੰਦਾ, ਇਹਦੇ ਅੰਦਰ ਹੋਰ ਹਉਮੈ ਵੱਧਦੀ ਜਾਂਦੀ। ਜਿੰਨਾ ਮਨ ਮੈਲਾ ਹੋਏਗਾ ਉਨੀ ਹਉਮੈ, ਓਨਾ ਹੰਕਾਰੀ ਹੋਏਗਾ। ਜਿੰਨਾ ਮਨ ਨਿਰਮਲ ਹੋਏਗਾ ਓਨਾ ਹੀ ਨੀਵਾਂ ਹੋਏਗਾ, ਓਨਾ ਹੀ ਨਿਮਾਣਾ ਹੋਏਗਾ। ਜਿਉਂ-ਜਿਉਂ ਸਾਡਾ ਮਨ ਸ਼ੁੱਧ ਹੁੰਦਾ ਜਾਂਦਾ, ਨਿਰਮਲ ਹੁੰਦਾ ਜਾਂਦਾ, ਤਿਉਂ-ਤਿਉਂ ਫਿਰ ਇਹ ਨੀਵਾਂ ਹੁੰਦਾ ਜਾਂਦਾ। ਇਸੇ ਅਵਸਥਾ ਦੇ ਵਿੱਚ ਹੀ ਫਿਰ ਜਿਉਂ-ਜਿਉਂ ਇਹ ਨੀਵਾਂ ਹੁੰਦਾ, ਤਾਂਹੀਓ ਫਿਰ ਇਹਨੂੰ ਨਾਲ-ਨਾਲ ਗਿਆਨ ਦਿੱਤਾ ਜਾਂਦਾ ਬਈ ਅਸੀਂ ਮਨ ਨੂੰ ਇਸ ਅਵਸਥਾ ਦੇ ਵਿੱਚ ਲੈ ਕੇ ਆਉਣਾ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਬਈ ਬੁਰਾ ਹੋਰ ਕੋਈ ਨਹੀਂ, ਅਸੀਂ ਵੀ ਚੰਗੇ ਨਹੀਂ, ਕਿਉਂਕਿ ਅਸੀਂ ਨਾ ਚੰਗੇ ਹੋਣ ਕਰਕੇ ਤਾਂਹੀਓ ਸਾਨੂੰ ਬੁਰਾ ਲੱਗਦਾ। ਜੇ ਸਾਡਾ ਮਨ ਹੀ ਸ਼ੁੱਧ ਹੋ ਗਿਆ, ਨਿਰਮਲ ਹੋ ਗਿਆ, ਨਿਮਾਣਾ ਹੋ ਗਿਆ, ਫਿਰ ਤਾਂ ਇਹਨੂੰ ਕੋਈ ਬੁਰਾ ਦਿਖਦਾ ਹੀ ਨਹੀਂ, ਫਿਰ ਇਹਨੂੰ ਕੋਈ ਬੁਰਾ ਲੱਗਦਾ ਹੀ ਨਹੀਂ। ਬੁਰਾ ਉਦੋਂ ਲੱਗਦਾ ਜਦੋਂ ਮਨ ਮੈਲਾ ਹੈ। ਮਹਾਰਾਜ ਤਾਂਹੀਓ ਫਿਰ ਸਾਨੂੰ ਕਹਿੰਦੇ ਵੀ ਜੇ ਮਨ ਨੂੰ ਸਮਝਾਉਂਦੇ ਵੀ ਤੂੰ ਪਰਮਾਤਮਾ ਨੂੰ ਮਿਲਣਾ ਚਾਹੁੰਦਾ, ਤੂੰ ਆਪਦੇ ਜੀਵਨ ਦਾ ਲਾਹਾ ਕੱਟਣਾ ਚਾਹੁੰਦਾ, ਫਿਰ ਤੂੰ ਇੰਨਾ ਨੀਵਾਂ ਹੋ ਜਾ। ਬਾਬਾ ਕਬੀਰ ਜੀ ਮਨ ਨੂੰ ਸਮਝਾਉਂਦੇ ਵੀ ਜਿਵੇਂ ਰਾਹ ਦੇ ਵਿੱਚ ਇੱਕ ਰੋੜਾ ਪਿਆ ਹੁੰਦਾ, ਔਰ ਰੋੜੇ ਨੂੰ ਕੋਈ ਜਿਵੇਂ ਮਰਜ਼ੀ ਚੁੱਕ ਕੇ ਜਿੱਧਰ ਮਰਜ਼ੀ ਸਿੱਟ ਦੇਵੇ, ਉਹਦੇ 'ਤੇ ਕੋਈ ਅਸਰ ਨਹੀਂ ਹੁੰਦਾ, ਉਹ ਮਹਿਸੂਸ ਨਹੀਂ ਕਰਦਾ। ਜੇ ਅਸੀਂ ਵੀ ਮਨ ਨੂੰ ਇੰਨੇ ਨੀਵੇਂ ਕਰ ਲਈਏ ਵੀ ਚਾਹੇ ਕੋਈ ਸਾਨੂੰ ਚੰਗਾ ਆਖੀ ਚੱਲੇ, ਕੋਈ ਸਾਨੂੰ ਮਾੜਾ ਆਖੀ ਚੱਲੇ, ਸਾਡੇ ਮਨ 'ਤੇ ਕੋਈ ਅਸਰ ਨਾ ਹੋਵੇ। ਜਿਵੇਂ ਮਰਜ਼ੀ ਸਾਨੂੰ ਕੋਈ ਉਹ ਰੋੜੇ ਵਾਂਗੂ ਠੋਕਰਾਂ ਮਾਰੀ ਚੱਲੇ, ਚੱਕ ਜਾ ਕੇ ਸੁੱਟੀ ਚੱਲੇ, ਅਤੇ ਸਾਡੇ ਮਨ 'ਤੇ ਕੋਈ ਅਸਰ ਨਾ ਹੋਵੇ। ਜੇ ਕਹਿੰਦੇ ਇਹੋ ਜਿਹਾ ਮਾਲਕ ਦਾ ਦਾਸ ਹੋਵੇ ਅਤੇ ਫਿਰ ਉਹਨੂੰ ਪਰਮਾਤਮਾ ਮਿਲ ਸਕਦਾ। ਮਹਾਰਾਜ ਫਰਮਾਉਂਦੇ ਕਬੀਰ ਰੋੜਾ ਹੋਏ ਰੋਹ ਬਾਟਕ, ਤਾਜ ਮਨ ਕਾ ਅਭਿਮਾਨ, ਐਸਾ ਤੇਰਾ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਵੀ ਭਗਵਾਨ ਤਾਂ ਮਿਲਦਾ ਜੇ ਉਹਦਾ ਦਾਸ ਇੱਦਾਂ ਦਾ ਹੋਵੇ। ਫਿਰ ਜਦੋਂ ਹੋਰ ਵਿਚਾਰ ਕੀਤੀ, ਹੋਰ ਮਨ ਨੂੰ ਸਹਿਜ ਵਿੱਚ ਲੈ ਕੇ ਗਏ, ਫਿਰ ਦੇਖਿਆ ਵੀ ਰੋੜੇ ਦੇ ਉੱਤੇ ਤਾਂ ਕੋਈ ਅਸਰ ਨਹੀਂ ਹੁੰਦਾ। ਕੋਈ ਰਾਹਗੀਰ ਚੱਲ ਰਿਹਾ, ਰਸਤੇ ਵਿੱਚ ਉਹਦੇ ਪੈਰ ਨੂੰ ਠੋਕਰ ਲੱਗੀ। ਜੇ ਉਹਦੇ ਪੈਰ ਨੂੰ ਠੋਕਰ ਲੱਗੇ ਤਾਂ ਉਹਦਾ ਮਨ ਮਹਿਸੂਸ ਕਰੇਗਾ, ਉਹ ਦੁਖੀ ਹੋਏਗਾ। ਫਿਰ ਕਹਿੰਦੇ ਵੀ ਰੋੜੇ ਵਰਗੇ ਵੀ ਹੋਣਾ ਠੀਕ ਨਹੀਂ, ਰੋੜੇ ਤੋਂ ਥੱਲੇ ਮਿੱਟੀ ਖੇ,
ਜੇ ਮਨ ਨੂੰ ਮਿੱਟੀ ਵਰਗੇ ਕਰ ਲਈਏ, ਮਿੱਟੀ ਨੂੰ ਜਿਵੇਂ ਕੋਈ ਮਰਜ਼ੀ ਲਤਾੜੀ ਚੱਲੇ, ਕੋਈ ਪੱਟੀ ਚੱਲੇ, ਉਹਦੇ 'ਤੇ ਅਸਰ ਨਹੀਂ ਹੁੰਦਾ। ਜੇ ਅਸੀਂ ਮਨ ਨੂੰ ਇੰਨਾ ਨੀਵਾਂ ਕਰ ਲਈਏ, ਖੇਹ ਵਰਗਾ, ਮਿੱਟੀ ਵਰਗਾ, ਫਿਰ ਕਹਿੰਦੇ ਪਰਮਾਤਮਾ ਮਿਲ ਸਕਦਾ। ਮਾਰੇ ਫਰਮਾਉਂਦੇ ਕਬੀਰ ਰੋੜਾ ਹੁਆ ਤਾਂ ਕਿਆ ਭਇਆ ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੋਏ ਜਿਉਂ ਭਰਨੀ ਮੈਖੀ। ਵੀ ਜੇ ਕਿਤੇ ਮਿੱਟੀ ਵਰਗਾ ਹੋ ਜੇ। ਫਿਰ ਮਨ ਨੂੰ ਜਦੋਂ ਹੋਰ ਸਹਿਜ ਵਿੱਚ ਲੈ ਕੇ ਗਏ ਤੇ ਦੇਖਿਆ ਵੀ ਮਿੱਟੀ 'ਤੇ ਤਾਂ ਕੋਈ ਅਸਰ ਨਹੀਂ ਹੁੰਦਾ, ਪਰ ਜਦੋਂ ਹਵਾ ਚੱਲਦੀ, ਹਨੇਰੀ ਚੱਲਦੀ ਤੇ ਮਿੱਟੀ ਉੱਡਦੀ ਹੈ, ਤੇ ਉੱਡ ਕੇ ਜੀਵ ਦੇ ਅੰਗਾਂ ਦੇ ਉੱਤੇ ਪੈਂਦੀ, ਕੱਪੜਿਆਂ 'ਤੇ ਪੈਂਦੀ। ਇਹ ਜਿਹੜਾ ਜੀਵ ਹੈ ਉਹਦਾ ਮਨ ਮਹਿਸੂਸ ਕਰਦਾ ਮੇਰੇ ਉੱਤੇ ਮਿੱਟੀ ਪੈ ਗਈ। ਫਿਰ ਕਹਿੰਦੇ ਵੀ ਮਿੱਟੀ ਵਰਗੇ ਵੀ ਹੋਣਾ ਠੀਕ ਨਹੀਂ, ਮਿੱਟੀ ਤੋਂ ਥੱਲੇ ਪਾਣੀ। ਜੇ ਅਸੀਂ ਮਨ ਨੂੰ ਪਾਣੀ ਵਰਗੇ ਕਰ ਲਈਏ, ਪਾਣੀ ਨਾਲੇ ਨਿਰਮਲ ਹੈ, ਵੀ ਫਿਰ ਅਸੀਂ ਪਰਮਾਤਮਾ ਨੂੰ ਮਿਲ ਸਕਦੇ। ਮਹਾਰਾਜ ਫਰਮਾਉਂਦੇ ਕਬੀਰ ਖੇ ਹੋਈ ਤਾਂ ਕਿਆ ਭਇਆ ਉੱਡ ਲਾਗੇ ਅੰਗ, ਐਸਾ ਤੇਰਾ ਦਾਸ ਹੋਏ ਜਿਉਂ ਪਾਣੀ ਸਰਬੰਗ। ਬਈ ਜੇ ਮਨ ਨੂੰ ਪਾਣੀ ਵਰਗੇ ਕਰ ਲਈਏ, ਪਾਣੀ ਨਿਰਮਲ ਹੈ, ਪਾਣੀ ਦਾ ਸੁਭਾਅ ਨੀਵੇਂ ਪਾਸੇ ਨੂੰ ਜਾਂਦਾ। ਫਿਰ ਮਨ ਨੂੰ ਹੋਰ ਸਹਿਜ ਵਿੱਚ ਲੈ ਕੇ ਗਏ ਤੇ ਦੇਖਿਆ ਵੀ ਜਿਹੜਾ ਪਾਣੀ ਹੈ ਉਹਦਾ ਵੀ ਸੁਭਾਅ ਬਦਲਦਾ, ਉਹ ਵੀ ਤੱਤਾ ਠੰਡਾ ਹੋ ਜਾਂਦਾ। ਔਰ ਜਦੋਂ ਤੱਤਾ ਠੰਡਾ ਹੁੰਦਾ ਤੇ ਜੀ ਮਹਿਸੂਸ ਕਰਦਾ। ਫਿਰ ਉਹ ਕਹਿੰਦੇ ਵੀ ਸਾਡੇ ਮਨ ਨੂੰ ਇੱਦਾਂ ਦਾ ਹੋਣਾ ਚਾਹੀਦਾ ਵੀ ਜਿਵੇਂ ਪਰਮਾਤਮਾ, ਜਿਹੜਾ ਹਰੀ ਦਾ ਦਾਸ, ਹਰੀ ਦਾ ਜਨ, ਉਹਨੂੰ ਪਰਮਾਤਮਾ ਵਾਹਿਗੁਰੂ ਵਰਗਾ ਹੀ ਹੋ ਜਾਣਾ ਚਾਹੀਦਾ। ਪਰਮਾਤਮਾ ਦੇ ਜਿਹੜੇ ਗੁਣ ਨੇ ਉਹ ਗੁਣ ਹਰੀ ਦੇ ਜਨ ਦੇ ਵਿੱਚ ਹੋਣੇ ਚਾਹੀਦੇ। ਮਹਾਰਾਜ ਤਾਈਆਂ ਫਰਮਾਉਂਦੇ ਕਹਿੰਦੇ ਕਬੀਰ ਪਾਣੀ ਹੁਆ ਤਾਂ ਕਿਆ ਭਇਆ ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਾਰੇ ਜਿਹੜਾ ਪਰਮਾਤਮਾ ਉਹਦਾ ਸੁਭਾਅ ਹੈ ਬਈ ਉਹ ਦਿਆਲੂ ਹੈ, ਉਹ ਕਿਰਪਾਲੂ ਹੈ, ਉਹ ਕਿਸੇ ਦੇ ਔਗਣ ਨਹੀਂ ਦੇਖਦਾ, ਉਹ ਕਿਸੇ ਦੇ ਔਗਣ ਚਿਤਾਰਦਾ ਨਹੀਂ। ਉਹ ਮਿੱਠ ਬੋਲਦਾ, ਉਹ ਹਮੇਸ਼ਾ ਮਿੱਠਾ ਹੀ ਬੋਲਦਾ, ਕੌੜਾ ਉਹਨੂੰ ਕਦੇ ਬੋਲਣਾ ਨਹੀਂ ਆਉਂਦਾ। ਕਿਸੇ ਦੇ ਔਗਣ ਜਿਹੜੇ ਉਹ ਚਿਤਾਰਦਾ ਨਹੀਂ, ਔਗਣ ਦੇਖਦਾ ਨਹੀਂ। ਇਹ ਪਰਮਾਤਮਾ ਦੇ ਗੁਣ ਨੇ। ਮਹਾਰਾਜ ਤਾਈਆਂ ਫਰਮਾਉਂਦੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਔਗਣ ਕੋ ਨਾ ਚਿਤਾਰੀ। ਬਈ ਮਾਲਕ ਦਾ ਇਹ ਸੁਭਾਅ ਹੈ ਵੀ ਨਾ ਤਾਂ ਉਹ ਕਿਸੇ ਦੇ ਔਗਣ ਚਿਤਾਰਦਾ, ਨਾ ਉਹ ਕਿਸੇ ਦੇ ਔਗਣ ਦੇਖਦਾ, ਨਾ ਉਹ ਕਦੇ ਕੌੜਾ ਬੋਲਦਾ, ਤੇ ਹਮੇਸ਼ਾ ਉਹ ਮਿੱਠਾ ਹੀ ਬੋਲਦਾ। ਕੌੜਾ ਉਹਨੂੰ ਬੋਲਣਾ ਆਉਂਦਾ ਨਹੀਂ। ਆਪਾਂ ਨੂੰ ਕਹਿੰਦੇ ਵੀ ਇਹ ਮਾਲਕ ਦੇ ਗੁਣ ਨੇ, ਵੀ ਉਹ ਨਿਰਭਉ ਹੈ, ਉਹਨੂੰ ਕਿਸੇ ਦਾ ਭੈ ਨਹੀਂ ਹੈ, ਭੈ ਤੋਂ ਰਹਿਤ। ਉਹ ਨਿਰਵੈਰ ਹੈ, ਉਹਦਾ ਕਦੇ ਕਿਸੇ ਨਾਲ ਕੋਈ ਵੈਰ ਨਹੀਂ, ਕਿਸੇ ਨਾਲ ਉਹ ਵੈਰ ਨਹੀਂ ਕਰਦਾ। ਇਹ ਇੰਨਾ ਵੱਡਾ ਵੀ ਐਸੀ ਕੋਈ ਥਾਂ ਨਹੀਂ ਜਿੱਥੇ ਨਾ ਹੋਵੇ, ਤੇ ਫਿਰ ਵੀ ਇੰਨਾ ਵੱਡਾ ਹੋਣ ਦੇ ਬਾਵਜੂਦ ਵੀ ਉਹਦੇ ਵਿੱਚ ਹਉਮੈ ਨਹੀਂ। ਵੀ ਜਿਵੇਂ ਸੰਸਾਰ ਦੇ ਵਿੱਚ ਤਾਂ ਜੀਵ ਨੂੰ ਥੋੜ੍ਹਾ ਜਿਹਾ ਸੰਸਾਰ ਦਾ ਧਨ ਵੱਧ ਆ ਜਾਵੇ ਜਾਂ ਕੋਈ ਵੱਡਾ ਅਹੁਦਾ ਮਿਲ ਜੇ ਤੇ ਹਉਮੈ ਆ ਜਾਂਦੀ, ਮੈਂ ਤਾਂ ਬਹੁਤ ਵੱਡਾ। ਹੁਣ ਪਰਮਾਤਮਾ ਕਿੱਡਾ ਵੱਡਾ ਵੀ ਜਿਹਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ। ਬੇਅੰਤ ਹੈ। ਜੇ ਵੀ ਅਸੀਂ ਆਖੀਏ ਵੀ ਕਿੰਨਾ ਕੁ ਲੰਮਾ ਜਾਂ ਕਿੰਨਾ ਕੁ ਚੌੜਾ ਹੈ, ਉਹਦਾ ਕਿਸੇ ਨੇ ਸਿਰਾ ਨਹੀਂ ਦੇਖਿਆ ਵੀ ਕਿੰਨਾ ਕੁ ਲੰਮਾ ਚੌੜਾ, ਕਿੱਡਾ ਕੁ ਵੱਡਾ ਹੈ। ਉਹਨੂੰ ਤਾਂਹੀਓ ਬੇਅੰਤ ਕਹਿ ਦਿੱਤਾ ਵੀ ਤੇਰਾ ਕਿਸੇ ਨੇ ਅੰਤ ਹੀ ਨਹੀਂ ਪਾਇਆ। ਮਹਾਰਾਜ ਕਹਿੰਦੇ ਤੂੰ ਬੇਅੰਤ ਕੋ ਬਿਰਲਾ ਜਾਣੇ, ਵੀ ਤੂੰ ਬੇਅੰਤ ਹੈ, ਤੇਰਾ ਅੰਤ ਨਹੀਂ ਕਿਸੇ ਨੇ ਪਾਇਆ। ਹੁਣ ਐਡਾ ਵੱਡਾ ਬੇਅੰਤ ਤੇ ਫਿਰ ਵੀ ਉਹਦੇ ਅੰਦਰ ਹਉਮੈ ਨਹੀਂ।
ਵੀ ਮੈਂ ਐਡਾ ਵੱਡਾ ਜਾਂ ਮੈਂ ਇੰਨਾ ਲੰਮਾ ਇੰਨਾ ਚੌੜਾ। ਹੁਣ ਇਹ ਫਿਰ ਪਰਮਾਤਮਾ ਦੇ ਗੁਣ ਨੇ, ਅਤੇ ਆਪਾਂ ਨੂੰ ਕਹਿੰਦੇ ਵੀ ਉਹੀਓ ਗੁਣ ਪਰਮਾਤਮਾ ਦੀ ਸਾਡੇ ਅੰਦਰ ਆ ਜਾਣ। ਪਰਮਾਤਮਾ ਨੂੰ ਧਰਮ ਆਖੀਏ। ਜਿਵੇਂ ਹੁਣ ਸੰਸਾਰ ਦੇ ਵਿੱਚ ਤਾਂ ਜੀਵਾਂ ਨੇ ਬਹੁਤ ਧਰਮ ਬਣਾਏ ਹੋਏ ਨੇ ਆਪੋ ਆਪਣੇ। ਹੁਣ ਅਸਲ ਦੇ ਵਿੱਚ ਸਭ ਦਾ ਧਰਮ ਇੱਕੋ ਹੀ, ਚਾਹੇ ਅਸੀਂ ਉਹ ਧਰਮ ਨੂੰ ਵਾਹਿਗੁਰੂ ਕਹਿ ਲਈਏ, ਚਾਹੇ ਰਾਮ ਕਹਿ ਲਈਏ, ਅੱਲਾ ਕਹਿ ਲਈਏ, ਹੋਰ ਅਸੰਖਾਂ ਦੀ ਗਿਣਤੀ 'ਚ ਨਾਂ ਉਹਦੇ ਰੱਖੇ ਨੇ। ਮਹਾਰਾਜ ਕਹਿੰਦੇ ਅਸੰਖ ਨਾਮ ਅਸੰਖ ਥਾਮ। ਜਿਹੜਾ ਹੁਣ ਜੀਵ ਧਰਮ ਦੇ ਨਾਂ 'ਤੇ ਲੜਦੇ, ਅਸਲ ਦੇ ਵਿੱਚ ਉਹਨਾਂ ਨੂੰ ਧਰਮ ਦਾ ਪਤਾ ਨਹੀਂ ਵੀ ਧਰਮ ਹੈ ਕੀ, ਧਰਮ ਕਹਿੰਦੇ ਕੀ ਨੂੰ। ਧਰਮ ਜਿਹੜਾ ਉਹ ਸਭ ਦਾ ਇੱਕੋ ਹੀ। ਜਿੱਥੋਂ ਅਸੀਂ ਪੈਦਾ ਹੋਏ ਹਾਂ ਪਰਮਾਤਮਾ ਨਿਰੰਕਾਰ ਤੋਂ, ਉਹ ਸਾਡਾ ਸਾਰਿਆਂ ਦਾ ਧਰਮ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਤੁਸੀਂ ਧਰਮ ਨੂੰ ਦ੍ਰਿੜ ਕਰ, ਵੀ ਸਾਰਿਆਂ ਧਰਮਾਂ ਦੇ ਨਾਲੋਂ ਉੱਤਮ ਧਰਮ ਅਤੇ ਸ੍ਰੇਸ਼ਟ ਧਰਮ ਕੀ ਹੈ? ਪਰਮਾਤਮਾ ਦੀ ਭਗਤੀ ਕਰਨੀ, ਉਹਦਾ ਸਿਮਰਨ ਕਰਨਾ। ਜੇ ਅਸੀਂ ਉਹਦਾ ਸਿਮਰਨ ਕਰਾਂਗੇ, ਉਹਦੇ ਗੁਣ ਗਾਵਾਂਗੇ, ਅਤੇ ਸਾਡਾ ਮਨ ਨਿਰਮਲ ਹੋ ਜਾਏਗਾ, ਸਾਡੀ ਕਰਨੀ ਨਿਰਮਲ ਹੋ ਜਾਏਗੀ। ਜਦੋਂ ਸਾਡਾ ਮਨ ਨਿਰਮਲ ਹੋ ਗਿਆ ਅਤੇ ਨਿਰਮਲ ਮਨ 'ਚੋਂ ਗੁਣ ਆ ਜਾਣੇ ਧਰਮ ਵਾਲੇ, ਪਰਮਾਤਮਾ ਵਾਲੇ। ਮਹਾਰਾਜ ਇਸ ਲਈ ਫਰਮਾਉਂਦੇ ਆਪਾਂ ਨੂੰ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀ। ਵੀ ਸਾਨੂੰ ਗੁਰਬਾਣੀ ਗੁਰੂ ਇਹ ਸਮਝਾਉਂਦੇ, ਵੇਦਾਂ 'ਚ ਇਹ ਸਮਝਾਇਆ ਗਿਆ, ਜਿੰਨੇ ਵੀ ਧਾਰਮਿਕ ਗ੍ਰੰਥ, ਜਿੰਨੇ ਵੀ ਪੀਰ ਪਕੰਬਰ ਹੋਏ ਪਰਮਾਤਮਾ ਦਾ ਸੰਦੇਸ਼ਾ ਦੇਣ ਵਾਸਤੇ ਇਸ ਲੋਕ ਦੇ ਵਿੱਚ ਆਏ, ਉਹਨਾਂ ਨੇ ਸਾਨੂੰ ਇਹੋ ਸਮਝਾਇਆ ਸਾਰਿਆਂ ਨੇ ਵੀ ਪਰਮਾਤਮਾ ਇੱਕ ਹੈ। ਤੁਸੀਂ ਉਹ ਇੱਕ ਦੇ ਨਾਲ ਜੁੜੋ, ਉਹ ਇੱਕ ਦਾ ਤੁਸੀਂ ਧਿਆਨ ਧਰੋ ਅਤੇ ਉਹ ਇੱਕ ਦੀ ਅਰਾਧਨਾ ਕਰੋ, ਮਾਲਕ ਦੀ, ਉਹਦੇ ਗੁਣ ਗਾਓ। ਜੇ ਤੁਸੀਂ ਉਹਦੇ ਗੁਣ ਗਾਵੋਗੇ, ਉਹਦੀ ਭਗਤੀ ਕਰੋਗੇ, ਅਤੇ ਇਹ ਸਭ ਤੋਂ ਉੱਤਮ ਧਰਮ ਹੈ, ਸਰਬ ਧਰਮ ਹੈ ਸ੍ਰੇਸ਼ਟ ਧਰਮ। ਹਰ ਕੋ ਨਾਮ ਜਪ ਨਿਰਮਲ ਕਰਮ। ਵੀ ਜੇ ਅਸੀਂ ਪਰਮਾਤਮਾ ਦਾ ਨਾਮ ਜਪਾਂਗੇ, ਸਾਡੇ ਕਰਮ ਨਿਰਮਲ ਹੋ ਜਾਣਗੇ, ਸਾਡਾ ਜਿਹੜਾ ਮਨ ਹੈ ਉਹ ਮਨ ਨਿਰਮਲ ਹੋ ਜਾਏਗਾ, ਅਤੇ ਫਿਰ ਸਾਡੇ ਅੰਦਰ ਧਰਮ ਦੇ ਗੁਣ ਆਉਣਗੇ। ਜਿਵੇਂ ਹੁਣ ਅੱਜ ਕੱਲ੍ਹ ਜੀਵ ਪੜ੍ਹਿਆ ਲਿਖਿਆ ਅਤੇ ਉਹ ਕਹਿੰਦਾ ਵੀ ਧਰਮ ਦੀ ਮੈਨੂੰ ਕੀ ਲੋੜ ਹੈ, ਵੀ ਸਾਨੂੰ ਕੀ ਲੋੜ ਹੈ ਵੀ ਅਸੀਂ ਧਰਮੀ ਹੋਈਏ। ਹੁਣ ਜੇ ਅਸੀਂ ਧਰਮੀ ਨਹੀਂ ਹੋਵਾਂਗੇ ਅਤੇ ਸਾਡੇ ਵਿੱਚ ਉਹ ਧਰਮ ਦੇ ਗੁਣ ਨਹੀਂ ਆਉਣਗੇ, ਅਤੇ ਧਰਮ ਦੇ ਜਿਹੜੇ ਗੁਣ ਨੇ ਫਿਰ ਇਹ ਜਿਵੇਂ ਸਤੋ ਗੁਣ, ਇਹਨੂੰ ਧਰਮੀ ਹਟ ਕਹਿੰਦੇ। ਜੇ ਅਸੀਂ ਧਰਮ ਤੋਂ ਦੂਰ ਜਾਂਦੇ ਰਹੇ, ਸਾਡੇ ਅੰਦਰੋਂ ਜਿਹੜੇ ਧਰਮ ਦੇ ਗੁਣ ਖਤਮ ਹੋ ਜਾਣੇ। ਦਇਆ, ਨਰਮਤਾਈ, ਸਹਿਣਸ਼ੀਲਤਾ, ਸਬਰ, ਸੰਤੋਖ, ਜਦ ਸਤ, ਇਹ ਸਾਡੇ ਅੰਦਰੋਂ ਖਤਮ ਹੋ ਜਾਏਗਾ। ਫਿਰ ਕੀ ਰਹਿ ਜਾਏਗਾ? ਫਿਰ ਇਹ ਦੋ ਗੁਣ ਰਹਿ ਜਾਣੇ ਆ, ਰਜੋ ਗੁਣ ਅਤੇ ਤਮੋ ਗੁਣ। ਫਿਰ ਇਹ ਰਜੋ ਗੁਣ ਦੇ ਵਿੱਚ ਅਸੀਂ ਕਰਮ ਕਰਾਂਗੇ, ਅਤੇ ਇਹਦੇ ਵਿੱਚ ਇਹ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਵਾਂ, ਸਹਿੰਸੇ, ਫਿਕਰ, ਇਹਨਾਂ ਦੇ ਵਿੱਚ ਅਸੀਂ ਜਾਵਾਂਗੇ। ਅਤੇ ਜਦੋਂ ਕਰਮ ਨੂੰ ਛੱਡਾਂਗੇ ਤਮੋ ਗੁਣੀ ਹੋ ਜਾਵਾਂਗੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਈਰਖਾ, ਦੁਵਿਧਾ, ਵੈਰ, ਵਿਰੋਧ, ਫਿਰ ਇਹ ਸਾਡੇ ਅੰਦਰ ਹੋ ਜਾਏਗਾ। ਇਸ ਵਾਸਤੇ ਫਿਰ ਜੇ ਹੁਣ ਅਸੀਂ ਸਤ ਸੰਗਤ ਕਰਾਂਗੇ, ਸਿਮਰਨ ਕਰਾਂਗੇ, ਗੁਰਬਾਣੀ ਗੁਰੂ ਦੇ ਦੱਸੇ ਮਾਰਗ 'ਤੇ ਚੱਲਾਂਗੇ, ਫਿਰ ਅਸੀਂ ਧਰਮੀ ਹੋ ਜਾਵਾਂਗੇ। ਅਤੇ ਧਰਮ ਦੇ ਜਿਹੜੇ ਗੁਣ ਨੇ, ਫਿਰ ਉਹਨਾਂ ਗੁਣਾਂ ਤੋਂ ਹੀ ਆਪਾਂ ਨੂੰ ਸਤ ਸੰਗਤ ਦੇ ਵਿੱਚ ਜਾਣੂ ਕਰਾਇਆ ਜਾਂਦਾ। ਸਤ ਸੰਗਤ ਨੂੰ ਸਤਿਗੁਰ ਦਾ ਸਕੂਲ ਕਹਿੰਦੇ, ਜਿੱਥੇ ਆ ਕੇ ਇੱਕ ਸਿੱਖ ਨੇ ਇਹ ਸਿੱਖਿਆ ਲੈਣੀ, ਸੋਝੀ ਲੈਣੀ, ਅਤੇ ਪਰਮਾਤਮਾ ਦੇ ਗੁਣ ਜਿਹੜੇ ਉਹ ਗੁਣਾਂ ਤੋਂ ਜਾਣੂ ਹੋਣਾ, ਅਤੇ ਉਹ ਗੁਣਾਂ ਦੇ ਧਾਰਨੀ ਬਣਨਾ। ਮਹਾਰਾਜ ਤਾਈਓ ਫਰਮਾਉਂਦੇ, ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾਂ।
ਵੀ ਇਹ ਸਤਸੰਗ ਤੇ ਸਤਿਗੁਰ ਦਾ ਸਕੂਲ ਹੈ, ਅਤੇ ਜਿੱਥੇ ਆ ਕੇ ਅਸੀਂ ਇਹ ਸਿੱਖਿਆ ਲੈਣ। ਜੇ ਹੁਣ ਅਸੀਂ ਸਤਿਗੁਰਾਂ ਦੇ ਸਕੂਲ ਵਿੱਚ ਨਹੀਂ ਆਵਾਂਗੇ, ਜਿਵੇਂ ਜਿਹੜੇ ਬੱਚੇ ਸਕੂਲ ਨਹੀਂ ਜਾਂਦੇ, ਹੁਣ ਜਿਹੜੇ ਨਹੀਂ ਪੜ੍ਹਨਗੇ ਉਹਨਾਂ ਨੂੰ ਪੜ੍ਹਾਈ ਨਹੀਂ ਆ ਸਕਦੀ, ਅਤੇ ਜੇ ਪੜ੍ਹਾਈ ਨਹੀਂ ਕਰਨਗੇ ਤਾਂ ਆਪਾਂ ਜਿਵੇਂ ਕਹਿੰਦੇ ਪੁਰਾਣੇ ਸਮੇਂ 'ਚ ਵੀ ਕਹਿੰਦੇ ਹੁੰਦੇ ਸੀ ਬਈ ਪੜ੍ਹ ਲਾ, ਜੇ ਨਹੀਂ ਪੜ੍ਹਦਾ ਤਾਂ ਕਹਿਣਗੇ ਡੰਗਰ ਚਾੜੇਗਾ, ਮੱਝਾਂ ਚਾਰਨ ਜਾਏਗਾ, ਹੋਰ ਤੂੰ ਕੀ ਕਰੇਗਾ ਜਦੋਂ ਪੜ੍ਹੇ ਲਿਖੇਗਾ ਨਹੀਂ। ਹੁਣ ਇਸੇ ਤਰ੍ਹਾਂ ਹੀ ਸਾਨੂੰ ਸਤਿਗੁਰੂ ਕਹਿੰਦੇ ਵੀ ਸਤਸੰਗ 'ਚ ਆਓ, ਸਤਿਗੁਰਾਂ ਦੇ ਸਕੂਲ 'ਚ ਆਓ। ਜਿਹੜੇ ਨਹੀਂ ਆਉਂਦੇ ਫਿਰ ਉਹਨਾਂ ਦਾ ਜੀਵਨ ਡੰਗਰਾਂ ਵਰਗਾ, ਉਹ ਦੇਖਣ ਨੂੰ ਤਾਂ ਸਾਨੂੰ ਲੱਗਦੇ ਮਾਨਸ, ਪਰ ਹੈ ਉਹ ਪਸ਼ੂਆਂ ਵਰਗੇ। ਮਾਰੇ ਦਾਈਓਂ ਫਰਮਾਉਂਦੇ ਬਿਨ ਸੰਗਤੀ ਸਭ ਐਸੇ ਰਹੇ, ਜੈਸੇ ਪਸ਼ ਢੋਰ ਜਿਨ ਕੀਤੀ ਤਿਸੇ ਨਾ ਜਾਣਨੀ, ਬਿਨ ਨਾਮੀ ਸਭ ਚੋਰ। ਬਈ ਸਤਸੰਗ ਤੋਂ ਬਿਨਾਂ ਜੀਵ ਪਸ਼ੂਆਂ ਵਰਗਾ ਹੈ, ਪਸ਼ੂਆਂ ਦੀ ਨਿਆਈ। ਜਿਵੇਂ ਪਸ਼ੂ ਭਾਰ ਢੋਂਦਾ, ਮਰਨ ਮੁੱਕ ਸਾਰੀ ਉਮਰ ਭਾਰ ਹੀ ਢੋਂਦਾ ਰਹਿੰਦਾ। ਉਹ ਵੀ ਦੂਜਿਆਂ ਦਾ, ਕਿਸੇ ਦੀ ਨਿੰਦਿਆ ਕਰ ਲਈ, ਨਿੰਦਿਆ ਕਰਕੇ ਭਾਰ ਚੁੱਕ ਲਿਆ, ਕਿਸੇ ਨਾਲ ਦੌਦਾ ਕਰ ਲਈ, ਈਰਖਾ ਕਰ ਲਈ, ਨਫ਼ਰਤ ਕਰ ਲਈ, ਇਹ ਸਾਰੀ ਉਮਰ ਫਿਰ ਭਾਰ ਹੀ ਢੋਂਦਾ ਰਹਿੰਦਾ, ਪਸ਼ੂਆਂ ਵਾਂਗੂ ਦੂਸਰਿਆਂ ਦਾ ਚੁੱਕ ਚੁੱਕ ਕੇ। ਸੋ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਦੇਖਣ ਨੂੰ ਤਾਂ ਇਹ ਮਾਨਸ ਨੇ, ਪਰ ਇਹਨਾਂ ਦੀਆਂ ਜਿਹੜੀਆਂ ਕਰਤੂਤਾਂ, ਇਹਨਾਂ ਦੇ ਕਰਮ ਨੇ ਜਿਹੜੇ ਉਹ ਪਸ਼ੂਆਂ ਵਰਗੇ। ਕਰਤੂਤ ਪਸ਼ੂ ਕੀ ਮਾਨਸ ਜਾਸ, ਵੀ ਪਸ਼ੂਆਂ ਵਾਂਗੂ ਲੜਦੇ ਝਗੜਦੇ। ਅਤੇ ਮਹਾਰਾਜ ਕਹਿੰਦੇ ਪਸ਼ੂਆਂ ਤੋਂ ਵੀ ਭੈੜੇ ਹੋ ਕੇ, ਵੀ ਪਸ਼ੂ ਪੰਛੀ ਉਹ ਤਾਂ ਲੜਦੇ, ਉਹਨਾਂ ਨੂੰ ਗਿਆਨ ਨਹੀਂ, ਉਹਨਾਂ ਨੂੰ ਸੋਝੀ ਨਹੀਂ ਵੀ ਸਾਨੂੰ ਲੜਾਉਣ ਵਾਲਾ ਕੌਣ ਅੰਦਰ ਬੈਠੇ। ਵੀ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸਾਨੂੰ ਲੜਾਉਂਦੇ ਆਪਸ ਵਿੱਚ। ਹੁਣ ਉਹਨਾਂ ਨੂੰ ਤਾਂ ਕੋਈ ਸਮਝਾਉਣ ਵਾਲਾ ਨਹੀਂ, ਨਾ ਹੀ ਉਹਨਾਂ ਨੂੰ ਇੰਨਾ ਗਿਆਨ ਹੈ, ਇੰਨੀ ਸੋਝੀ ਨਹੀਂ ਉਹਨਾਂ ਨੂੰ। ਹੁਣ ਮਾਨਸ ਜਾਮੇ ਤਾਂ ਸਭ ਤੋਂ ਵੱਧ ਗਿਆਨ ਨੇ, ਸਭ ਤੋਂ ਵੱਧ ਸੋਝੀ ਦਿੱਤੀ ਇਹਦੇ ਵਿੱਚ। ਜੇ ਹੁਣ ਅਸੀਂ ਵੀ ਉਹਨਾਂ ਵਾਂਗੂ ਲੜਦੇ ਹਾਂ, ਪਸ਼ੂਆਂ ਵਾਂਗੂ, ਅਤੇ ਮਹਾਰਾਜ ਕਹਿੰਦੇ ਤਾਂ ਪਸ਼ੂਆਂ ਤੋਂ ਵੀ ਭੈੜੇ ਹੋ ਗਏ। ਵੀ ਉਹਨਾਂ ਨੂੰ ਤਾਂ ਭੇਦ ਨਹੀਂ, ਇਹਨਾਂ ਨੂੰ ਭੇਦ ਹੋਣ ਦੇ ਬਾਵਜੂਦ ਫਿਰ ਵੀ ਲੜਦੇ, ਫਿਰ ਵੀ ਝਗੜੇ ਕਰਦੇ, ਫਿਰ ਵੀ ਵੈਰ ਵਿਰੋਧ ਕਰਦੇ। ਮਹਾਰਾਜ ਇਸ ਵਾਸਤੇ ਫਿਰ ਸਮਝਾਉਂਦੇ ਵੀ ਇਹਨਾਂ ਦੀਆਂ ਕਰਤੂਤਾਂ ਪਸ਼ੂਆਂ ਵਾਲੀਆਂ, ਵੀ ਇਹਨਾਂ ਦੇ ਕਰਮ ਪਸ਼ੂਆਂ ਵਾਲੇ। ਫਿਰ ਕਹਿੰਦੇ ਪਸ਼ੂਆਂ ਤੋਂ ਵੀ ਭੈੜੇ ਨੇ ਜੇ ਪਰਮਾਤਮਾ ਦੀ ਪਹਿਚਾਣ ਨਹੀਂ ਕਰਦੇ, ਆਪਦੇ ਧਰਮ ਦੀ। ਬਈ ਸਾਨੂੰ ਕਿਹਨੇ ਸਿਰਜਣਾ ਸਾਡੀ ਕੀਤੀ, ਸਾਡਾ ਸਿਰਜਣਹਾਰ ਕੌਣ ਹੈ, ਸਾਨੂੰ ਕਿਹਨੇ ਪੈਦਾ ਕੀਤਾ, ਸਾਨੂੰ ਕੌਣ ਸਵਾਸ ਦੇ ਕੇ ਜਿਉਂਦਾ ਰੱਖ ਰਿਹਾ, ਸਾਨੂੰ ਕੌਣ ਚਲਾ ਰਿਹਾ, ਕਿਹਦੇ ਆਸਰੇ ਅਸੀਂ ਚੱਲਦੇ ਹਾਂ। ਜੇ ਉਹਨੂੰ ਨਹੀਂ ਜਾਣਿਆ ਸਿਰਜਣਹਾਰ ਨੂੰ, ਫਿਰ ਮਹਾਰਾਜ ਕਹਿੰਦੇ ਵੀ ਬੜੇ ਚਿਰਾਂ ਬਾਅਦ, ਕਈਆਂ ਯੁੱਗਾਂ ਬਾਅਦ ਮਾਨਸ ਜਾਮਾ ਤਾਂ ਮਿਲ ਗਏ, ਪਰ ਮਾਨਸ ਜਾਮੇ ਵਿੱਚ ਹੁੰਦੇ ਹੋਏ ਵੀ ਇਹ ਪਸ਼ੂਆਂ ਅਤੇ ਪ੍ਰੇਤਾਂ ਤੋਂ ਵੀ ਭੈੜੇ ਨੇ। ਮਹਾਰਾਜ ਫਰਮਾਉਂਦੇ ਚਰਨਕਾਲ ਪਾਈ ਦੁਰਲੰਭ ਦੇ, ਨਾਮ ਬਿਹੋਣੀ ਹੋਈ ਖੇ, ਪਸ਼ੂ ਪ੍ਰੇਤ ਮੁਗਤ ਤੇ ਬੁਰੀ, ਤਿਸੇ ਨਾ ਬੂਝੇ ਜੈਨੇ ਹੁਸਿਰੀ। ਬਈ ਜਿਹਨੇ ਸਾਡੀ ਸਿਰਜਣਾ ਕੀਤੀ ਉਹ ਸਿਰਜਣਹਾਰ ਨੂੰ ਜਾਣਿਆ ਹੀ ਨਹੀਂ, ਪਰਮਾਤਮਾ ਨੂੰ, ਕਿਹਨੇ ਸਾਨੂੰ ਪੈਦਾ ਕੀਤਾ। ਮਹਾਰਾਜ ਇਸ ਲਈ ਫਿਰ ਕਹਿੰਦੇ ਵੀ ਪਸ਼ੂਆਂ ਵਰਗੇ ਨੇ, ਪ੍ਰੇਤ ਨੇ। ਹੁਣ ਕਿਹੜੇ ਮਨ ਪ੍ਰੇਤ ਨੇ ਕਲਯੁੱਗ ਦੇ ਵਿੱਚ? ਸਤਿਗੁਰੂ ਕਹਿੰਦੇ ਉਹ ਮਨ ਪ੍ਰੇਤ ਜਿਨ੍ਹਾਂ ਨੇ ਰਾਮ ਦੀ, ਵਾਹਿਗੁਰੂ ਦੀ ਪਹਿਚਾਣ ਨਹੀਂ ਕੀਤੀ, ਜਿਨ੍ਹਾਂ ਨੂੰ ਨਹੀਂ ਪਹਿਚਾਣ ਆਈ ਆਪਣੇ ਮਾਤਾ ਪਿਤਾ ਦੀ, ਉਹ ਮਨ ਪ੍ਰੇਤ ਨੇ। ਸਤਿਯੁਗ ਦੇ ਵਿੱਚ ਜਦੋਂ ਸਾਨੂੰ ਇਹ ਖੇਲ ਦੇ ਵਿੱਚ ਉਤਾਰਿਆ ਗਿਆ ਸੀ, ਸਾਡੇ ਮਨ ਨੂੰ ਪਰਮਹੰਸ ਕਹਿੰਦੇ ਸੀ। ਮਹਾਰਾਜ ਕਹਿੰਦੇ ਮੇਰਾ ਬੱਚਾ ਪਰਮਹੰਸ, ਪਰਮਾਤਮਾ ਦੇ ਆਪਣੇ ਵਿੱਚ ਕੋਈ ਫਰਕ ਨਹੀਂ ਸੀ। ਫਿਰ ਸਤਿਯੁਗ ਬੀਤਿਆ, ਅਸੀਂ ਘਰ ਨਹੀਂ ਜਦੋਂ ਗਏ, ਅਤੇ ਅੱਗੇ ਤ੍ਰੇਤਾ ਆ ਗਿਆ, ਸਾਨੂੰ ਮਾਨਸ ਕਹਿਣ ਲੱਗੇ।
ਉਹ ਵੀ ਬੀਤ ਗਿਆ। ਅਸੀਂ ਫਿਰ ਨਾ ਘਰ ਵਾਪਸ ਮੁੜੇ ਤੇ ਦੁਆਪਰ ਆ ਗਏ। ਸਾਡੇ ਅੰਦਰ ਹਉਮੈ ਆ ਗਈ। ਹਉਮੈ ਆਉਣ ਕਰਕੇ ਅਸੀਂ ਫਿਰ ਨਾ ਆਪਣੇ ਆਪੇ ਦੀ ਪਹਿਚਾਣ ਕੀਤੀ ਵੀ ਅਸੀਂ ਕੌਣ, ਨਾ ਅਸੀਂ ਆਪਦੇ ਮੂਲ ਦੀ ਪਹਿਚਾਣ ਕੀਤੀ। ਹੁਣ ਮਹਾਰਾਜ ਕਹਿੰਦੇ ਕਲਯੁਗ ਆ ਗਿਆ, ਚੌਥਾ ਯੁੱਗ। ਚੌਕੜੀ 4 ਯੁੱਗਾਂ ਦਾ ਆਪਾਂ ਨੂੰ ਸਮਾਂ ਦਿੱਤਾ ਜਾਂਦਾ ਖੇਲਣ ਵਾਸਤੇ। ਹੌੜਾ ਚੌਥਾ ਯੁੱਗ ਹੈ ਤੇ ਹੁਣ ਇਹ ਕਲਯੁੱਗ ਦੇ ਵਿੱਚ ਆ ਕੇ ਮਨ ਨੇ ਪ੍ਰੀਤ ਰੂਪ ਧਾਰਨ ਕਰ ਲਿਆ, ਪ੍ਰੀਤ ਬਣ ਕੇ। ਜਦੋਂ ਚੱਲੇ ਸੀ ਪਰਮਹੰਸ ਸੀ, ਫਿਰ ਮਾਨਸ ਬਣੇ, ਹਉਮੈ ਅੰਦਰ ਆਈ, ਫਿਰ ਨਾ ਘਰ ਗਏ ਤੇ ਹੁਣ ਪ੍ਰੀਤ ਬਣ ਗਈ। ਹੁਣ ਕਿਹੜੇ ਮਨ ਪ੍ਰੀਤ ਨੇ? ਮਹਾਰਾਜ ਦੱਸਦੇ, ਕਹਿੰਦੇ ਕਲ ਮੈਂ ਪ੍ਰੀਤ ਜਿਨੀ ਰਾਮ ਨਾ ਪਛਾਤਾ, ਸਤਿਯੁਗ ਪਰਮਹੰਸ ਵਿਚਾਰੀ, ਦੁਆਪਰ ਤ੍ਰੇਤਾ ਮਾਨਸ ਵਰਤੇ ਬਿਰਲੇ ਹਉਮੈ ਮਾਰੀ। ਹੁਣ ਮਨ ਨੂੰ ਕਹਿੰਦੇ ਵੀ ਤੂੰ ਪਹਿਚਾਣ ਕਰ ਆਪਦੇ ਆਪੇ ਦੀ, ਵੀ ਤੂੰ ਕੌਣ ਹੈ, ਵੀ ਤੂੰ ਪਰਮਹੰਸ ਹੈ, ਤੂੰ ਮਾਨਸ ਹੈ ਕਿ ਜਾਂ ਤੂੰ ਪ੍ਰੀਤ ਬਣਿਆ ਹੋਇਆ। ਹੁਣ ਜਿਹੜਾ ਮਨ ਪ੍ਰੀਤ ਬਣ ਜਾਂਦਾ, ਫਿਰ ਪ੍ਰੀਤ ਮਨ ਦੇ ਲੱਛਣ ਦੱਸਦੇ। ਜਦੋਂ ਮਨ ਪ੍ਰੀਤ ਰੂਪ ਧਾਰਨ ਕਰ ਲੈਂਦਾ, ਇਹਦਾ ਮਾਇਆ ਦੇ ਨਾਲ ਮੋਹ ਪੈ ਜਾਂਦਾ। ਮਾਇਆ ਕੀ ਹੈ? ਸਰੀਰ। ਇਹ ਜਿਹੜਾ ਸਰੀਰ ਹੈ, ਸਰੀਰ ਨੂੰ ਮਾਇਆ ਕਹਿੰਦੇ। ਇਹੋ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਈ ਭਰਮ ਭੁਲਾਏ। ਜਦੋਂ ਅਸੀਂ ਸਰੀਰਾਂ ਨਾਲ ਮੋਹ ਕਰਦੇ ਹਾਂ, ਚਾਹੇ ਅਸੀਂ ਆਪਣੇ ਸਰੀਰ ਨਾਲ ਕਰਦੇ ਹਾਂ, ਚਾਹੇ ਅਸੀਂ ਦੂਜੇ ਦੇ ਕਿਸੇ ਸਰੀਰ ਨਾਲ ਮੋਹ ਕਰਦੇ ਹਾਂ, ਜਦੋਂ ਸਾਡਾ ਮਨ ਮੋਹ ਦੇ ਵਿੱਚ ਪੈ ਜਾਂਦਾ, ਫਿਰ ਉਦੋਂ ਹੀ ਪ੍ਰੀਤ ਰੂਪ ਧਾਰਨ ਕਰ ਲੈਂਦਾ। ਫਿਰ ਇਹ ਮੋਹ ਦੇ ਵਿੱਚ ਸਾਨੂੰ ਐਸਾ ਲਿਜਾ ਕੇ ਫਿਰ ਇਹ ਸਾਨੂੰ ਜਮ ਆਪਣੇ ਮਾਰਗ 'ਤੇ ਤੋਰ ਲੈਂਦੀ। ਫਿਰ ਅਸੀਂ ਪਰਮਾਤਮਾ ਨੂੰ ਨਹੀਂ ਚੇਤੇ ਕਰਦੇ, ਫਿਰ ਅਸੀਂ ਇਹ ਆਕਾਰ ਨੂੰ, ਮਾਇਆ ਨੂੰ ਹੀ ਚੇਤੇ ਕਰੀ ਜਾਂਦੇ। ਫਿਰ ਇਹ ਜਮ ਆਪਦੇ ਮਾਰਗ 'ਤੇ ਲਿਜਾ ਕੇ ਸਾਡੇ ਮਨ ਨੂੰ ਕੁੱਟਦੇ। ਫਿਰ ਇਹਦੇ ਇੰਨੀ ਕੁੱਟ ਪੈਂਦੀ, ਫਿਰ ਇਹਦੀ ਕੋਈ ਇੱਥੇ ਕੂਕ ਪੁਕਾਰ ਨਹੀਂ ਸੁਣਦਾ, ਇਹਨੂੰ ਕੋਈ ਛਡਾਉਣ ਵਾਲਾ ਨਹੀਂ ਹੁੰਦਾ। ਮਹਾਰਾਜ ਜੀ ਫਿਰ ਸਾਨੂੰ ਨਿਸ਼ਾਨੀ ਦੱਸਦੇ, ਜਿਹੜਾ ਮਨ ਪ੍ਰੀਤ ਬਣ ਗਿਆ, ਰਮਾਉਂਦੇ ਮਾਇਆ ਮੋਹ ਪ੍ਰੀਤ ਹੈ, ਕਾਮ ਕ੍ਰੋਧ ਹੰਕਾਰ, ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਦੰਡ ਕਰਾਰਾ। ਮਨਮੁਖ ਜਮ ਮਗ ਪਾਇਣ, ਜਿਨ੍ਹਾਂ ਦੂਜਾ ਭਾਉ ਪਿਆਰਾ, ਜਮ ਪਰ ਵਧੇ ਮਾਰੀਏ, ਕੋ ਨਾ ਸੁਣੇ ਪੁਕਾਰਾ। ਜਮ ਉਹਨਾਂ ਨੂੰ ਆਪਦੇ ਮਾਰਗ 'ਤੇ ਤੋਰਦੇ ਜਿਨ੍ਹਾਂ ਨੂੰ ਦੂਜਾ ਭਾਉ ਪਿਆਰਾ ਲੱਗਦਾ। ਦੂਜਾ ਕੀ ਵੀ ਇਹ ਮਾਇਆ ਪਿਆਰੀ ਲੱਗਦੀ। ਜਿਨ੍ਹਾਂ ਦਾ ਮਾਇਆ ਦੇ ਨਾਲ ਮੋਹ, ਉਹਨੂੰ ਫਿਰ ਜਮ ਆਪਦੇ ਮਾਰਗ 'ਤੇ ਤੋਰ ਕੇ ਫਿਰ ਉਹਦੇ 'ਤੇ ਕਟਾਪਾ ਚਾੜਦੇ, ਫਿਰ ਉਹਨੂੰ ਕੁੱਟਦੇ। ਫਿਰ ਜਦੋਂ ਮਨ ਨੂੰ ਕੁੱਟਦੇ ਤੇ ਇਹਨੂੰ ਕੋਈ ਛਡਾਉਣ ਵਾਲਾ ਨਹੀਂ ਇੱਥੇ। ਫਿਰ ਇਹਦੀ ਕੋਈ ਕੂਕ ਪੁਕਾਰ ਨਹੀਂ ਸੁਣਦਾ, ਕੋਈ ਇਹਨੂੰ ਛਡਾਉਣ ਨਹੀਂ ਪਹੁੰਚਦਾ ਉੱਥੇ। ਹੌੜੀ ਇਸ ਵਾਸਤੇ ਫਿਰ ਸਾਡੇ ਮਨ ਨੂੰ ਕਹਿੰਦੇ ਵੀ ਤੂੰ ਹੁਣ ਆਪਦੇ ਅੰਦਰ ਝਾਤੀ ਮਾਰ, ਵੀ ਤੂੰ ਹੈ ਕੀ ਹੈ, ਵੀ ਤੂੰ ਪਰਮਹੰਸ ਹੈ, ਮਾਨਸ ਹੈ ਕਿ ਜਾਂ ਤੂੰ ਪ੍ਰੀਤ ਬਣਿਆ ਹੋਇਆ। ਹੁਣ ਜਦੋਂ ਆਪਾਂ ਸਤਸੰਗ 'ਚ ਆਉਂਦੇ, ਫਿਰ ਆਪਾਂ ਨੂੰ ਸਤਿਗੁਰੂ ਇਹ ਗਿਆਨ ਦਿੰਦੇ ਤੇ ਫਿਰ ਅਸੀਂ ਆਪਣੇ ਆਪੇ ਦੀ ਪੜਚੋਲ ਕਰਦੇ ਹਾਂ। ਫਿਰ ਅਸੀਂ ਆਪਦੇ ਅੰਦਰ ਝਾਤੀ ਮਾਰਦੀ ਬਈ ਮਹਾਰਾਜ ਜਿਹੜਾ ਇਹ ਪ੍ਰੀਤ ਦੇ ਲੱਛਣ ਦੱਸਦੇ, ਤੇ ਸਾਨੂੰ ਪਤਾ ਲੱਗਦਾ ਸਾਡਾ ਮਨ ਤਾਂ ਪ੍ਰੀਤ ਬਣਿਆ ਬੈਠੇ, ਬਈ ਅਸੀਂ ਖੁਦ ਪ੍ਰੀਤ ਬਣੇ ਬੈਠੇ। ਇੱਕ ਤਾਂ ਹੁੰਦਾ ਪ੍ਰੀਤ ਜੂਨ ਹੈ, ਇੱਕ ਹੁੰਦਾ ਜੀਵ ਮਾਨਸ ਜਾਮੇ ਵਿੱਚ ਹੁੰਦਾ ਹੋਇਆ ਪ੍ਰੀਤ ਬਣ ਜਾਂਦਾ। ਜਿਹੜਾ ਮਾਨਸ ਜਾਮੇ ਵਿੱਚ ਹੁੰਦਾ ਹੋਇਆ ਪ੍ਰੀਤ ਬਣ ਗਿਆ, ਉਹ ਦੂਜੇ ਪ੍ਰੀਤਾਂ ਤੋਂ ਵੀ ਭੈੜਾ ਹੈ। ਇੱਕ ਤਾਂ ਹੁੰਦੇ ਭੂਤ ਪ੍ਰੀਤ ਜੂਨਾਂ ਨੇ, ਸੂਖਮ ਆਕਾਰ ਹੁੰਦੇ ਉਹਨਾਂ ਦੇ, ਉਹ ਕਰੋੜਾਂ ਦੀ ਗਿਣਤੀ ਵਿੱਚ ਹੁੰਦੇ। ਮਹਾਰਾਜ ਕਹਿੰਦੇ ਕਈ ਕੋਟ ਭੂਤ ਪ੍ਰੀਤ ਸ਼ੁਕਰ ਮਿਰਗਾਚ, ਵੀ ਉਹ ਇੱਕ ਵੱਖਰੀਆਂ ਜੂਨਾਂ ਨੇ ਤੇ ਉਹਨਾਂ ਦੇ ਸੂਖਮ ਆਕਾਰ ਹੁੰਦੇ, ਭੂਤ ਹੁੰਦੇ, ਪ੍ਰੀਤ ਹੁੰਦੀ। ਗਿਆਨ ਹੁੰਦਾ ਉਹਨਾਂ ਨੂੰ ਵੀ ਇੰਨੀ ਕੁ ਸੋਝੀ ਹੁੰਦੀ ਵੀ ਇਹ ਪ੍ਰੀਤ ਹੀ ਇਹਦੇ ਨੇੜੇ ਚਲੇ ਗਏ, ਵੀ ਇਹ ਪਤਾ ਨਹੀਂ ਸਾਡਾ ਨੁਕਸਾਨ ਹੀ ਨਾ ਕੋਈ ਕਰਦਾ।
ਸਗਾਂ ਤੇ ਉਹ ਭੂਤ ਪ੍ਰੇਤ ਗੁਰਮੁਖਾਂ ਦੇ ਨੇੜੇ ਤਾਂ ਆ ਜਾਂਦੇ ਜਿੱਥੇ ਸਿਮਰਨ ਅਭਿਆਸ ਹੁੰਦਾ, ਜਿਵੇਂ ਹੁਣ ਆਪਾਂ ਸਿਮਰਨ ਕਰਦੇ। ਇਹ ਸੂਖਮ ਆਕਾਰ ਜਿਹੜੇ ਇਹ ਆ ਕੇ ਦੂਰ ਦੂਰ ਤੱਕ ਬੈਠ ਜਾਂਦੇ ਵੀ ਜਦੋਂ ਸਿਮਰਨ ਹੁੰਦਾ ਇਹਨਾਂ ਦੇ ਮਨ ਨੂੰ ਸ਼ਾਂਤੀ ਆਉਂਦੀ, ਇਹਨਾਂ ਨੂੰ ਵੀ ਸੁੱਖ ਮਿਲਦਾ। ਹੁਣ ਜਿਹੜੇ ਜੀਵ ਸਿਮਰਨ ਕਰਦੇ ਨੇ ਉਹਨਾਂ ਦੇ ਤਾਂ ਨੇੜੇ ਲੱਗਦੇ ਹੀ ਨਹੀਂ, ਉਹਨਾਂ ਦਾ ਨੇੜੇ ਉਹੀ ਨਹੀਂ ਆਉਂਦੇ। ਫਿਰ ਇਸ ਲਈ ਮਹਾਰਾਜ ਕਹਿੰਦੇ ਜਿਹੜਾ ਮਨ ਮਾਨਸ ਜਾਮੇ 'ਚ ਪ੍ਰੇਤ ਬਣ ਗਿਆ ਉਹ ਦੁਖੀ ਬਹੁਤ ਜ਼ਿਆਦਾ ਹੁੰਦਾ, ਉਹ ਦੁਰਮਤ ਦੀ ਅਗਨ 'ਚ ਜਲਦਾ ਹੀ ਰਹਿੰਦਾ, ਸੜਦਾ ਹੀ ਰਹਿੰਦਾ। ਫਰਮਾਉਂਦੇ ਨੇ ਪ੍ਰੇਤ ਪਿੰਜਰ ਮੈਂ ਦੁੱਖ ਘਨੇਰੇ, ਵੀ ਜਿਹੜਾ ਮਨ ਪ੍ਰੇਤ ਬਣ ਗਿਆ ਪ੍ਰੇਤ ਪਿੰਜਰ ਦੇ ਵਿੱਚ ਫਿਰ ਉਹਨੂੰ ਘਨੇਰੇ ਦੁੱਖ ਲੱਗਦੇ ਬਹੁਤ ਜ਼ਿਆਦਾ। ਫਿਰ ਉਹ ਦੁਰਮਤ ਦੀ ਅਗਨ 'ਚ ਜਲਦਾ ਰਹਿੰਦਾ, ਸੜਦਾ ਰਹਿੰਦਾ, ਦੁਖੀ ਹੁੰਦਾ। ਹੁਣ ਮਹਾਰਾਜ ਫਿਰ ਦੱਸਦੇ ਵੀ ਜੇ ਮਨ ਪ੍ਰੇਤ ਬਣ ਵੀ ਗਿਆ ਹੈ, ਪ੍ਰੇਤ ਮਨ ਦਾ ਵੀ ਇਲਾਜ ਹੋ ਸਕਦਾ। ਸਤਿਗੁਰੂ ਸਾਨੂੰ ਭਰੋਸਾ ਦਿਵਾਉਂਦੇ ਬਈ ਜੇ ਮਨ ਪ੍ਰੇਤ ਬਣ ਗਿਆ, ਪ੍ਰੇਤ ਤੋਂ ਵੀ ਇਹ ਪਰਮਹੰਸ ਬਣ ਸਕਦਾ। ਹੁਣ ਪ੍ਰੇਤ ਤੋਂ ਕਿਵੇਂ ਪਰਮਹੰਸ ਬਣੇ? ਇਹ ਜਿਹੜਾ ਪ੍ਰੇਤ ਤੋਂ ਫਿਰ ਪਰਮਹੰਸ ਤੱਕ ਦਾ ਜਿਹੜਾ ਰਸਤਾ ਹੈ, ਫਿਰ ਉਹ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਦੱਸਿਆ ਸਤਿਗੁਰਾਂ ਨੇ ਵੀ ਜਿਹੜੇ ਮਨ ਪ੍ਰੇਤ ਬਣ ਗਏ ਉਹ ਪ੍ਰੇਤ ਤੋਂ ਕਿਵੇਂ ਉਹਨਾਂ ਨੇ ਫਿਰ ਮਾਨਸ ਬਣਨਾ, ਮਾਨਸ ਤੋਂ ਫਿਰ ਕਿਵੇਂ ਉਹਨਾਂ ਨੇ ਦੇਵਤੇ ਬਣਨਾ, ਫਿਰ ਕਿਵੇਂ ਦੇਵਤੇ ਤੋਂ ਉਹਨਾਂ ਨੇ ਪਰਮਹੰਸ ਬਣਨਾ। ਇਹ ਸਾਰੀ ਫਿਰ ਸਾਡੇ ਮਨ ਦੀ ਅਵਸਥਾ ਗੁਰਬਾਣੀ ਗੁਰੂ ਵਿੱਚ ਦੱਸੀ ਆਪਾਂ। ਜੇ ਹੁਣ ਸਾਡਾ ਮਨ ਪ੍ਰੇਤ ਬਣ ਗਿਆ, ਪਸ਼ੂਆਂ ਦੇ ਨਿਆਈ ਹੋ ਗਿਆ, ਪੱਥਰ ਦੇ ਨਿਆਈ ਹੋ ਗਿਆ, ਤੇ ਜਿਹੜਾ ਨਾਮ ਹੈ ਉਹ ਨਾਮ ਪਸ਼ੂ ਪ੍ਰੇਤ ਪੱਥਰਾਂ ਨੂੰ ਵੀ ਤਾਰ ਸਕਦਾ। ਮਾਰੇ ਕਹਿੰਦੇ ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਪਰਮਾਤਮਾ ਦੇ ਨਾਮ ਦੀ ਇੰਨੀ ਵਡਿਆਈ ਹੈ, ਇੰਨੀ ਮਹਿਮਾ। ਜੇ ਨਾਮ ਦੇ ਨਾਲ ਅਸੀਂ ਜੁੜ ਜਾਂਦੇ ਹਾਂ, ਚਾਹੇ ਸਾਡਾ ਮਨ ਪਸ਼ੂ ਬਣਿਆ ਹੋਇਆ ਸੀ ਪਹਿਲਾਂ, ਚਾਹੇ ਪ੍ਰੇਤ ਬਣਿਆ ਹੋਇਆ ਸੀ, ਚਾਹੇ ਪੱਥਰ ਦੇ ਨਿਆਈ ਹੋ ਗਏ ਸੀ, ਇਹ ਤਰ ਸਕਦਾ। ਹੁਣ ਤਰੇਗਾ ਤਾਂ ਹੀ ਜੇ ਨਾਮ ਦੇ ਨਾਲ ਜੁੜੇਗਾ, ਅਤੇ ਨਾਮ ਦੇ ਨਾਲ ਤਾਂ ਜੁੜੇਗਾ ਜੇ ਇਹਨੂੰ ਨਾਮ ਦੀ ਸੋਝੀ ਆਏਗੀ। ਨਾਮ ਦੀ ਸੋਝੀ, ਨਾਮ ਦਾ ਭੇਦ ਇਹਨੂੰ ਤਾਂ ਆਏਗਾ ਜੇ ਸਤ ਸੰਗਤ ਕਰੇਗਾ। ਕਿਉਂਕਿ ਸਤ ਸੰਗਤ ਉਹਨੂੰ ਕਹਿੰਦੇ ਜਿੱਥੇ ਨਾਮ ਦਾ ਭੇਦ ਦਿੱਤਾ ਜਾਂਦਾ ਹੋਵੇ। ਮਹਾਰਾਜ ਤਾਂਹੀਓ ਫਰਮਾਉਂਦੇ ਸਤ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਖਾਣੀਏ। ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਈ ਜੀ। ਮਹਾਰਾਜ ਕਹਿੰਦੇ ਸਤ ਸੰਗਤ ਕਿਹਨੂੰ ਜਾਣੋ? ਜਿੱਥੇ ਨਾਮ ਦਾ ਭੇਦ ਦਿੱਤਾ ਜਾਂਦਾ ਹੋਵੇ ਉਹਨੂੰ ਸਤ ਸੰਗਤ ਸਮਝ। ਸਤ ਸੰਗਤ ਦੇ ਵਿੱਚ ਆਇਆਂ ਨੂੰ ਸਾਨੂੰ ਸਤਿਗੁਰੂ ਭੇਦ ਦਿੰਦੇ ਵੀ ਸਾਡੇ ਸਾਰਿਆਂ ਵਾਸਤੇ ਹੁਕਮ ਹੈ ਜਿਹੜਾ ਉਹ ਇੱਕੋ ਹੀ ਹੈ, ਨਾਮ। ਜੇ ਅਸੀਂ ਨਾਮ ਨੂੰ ਬੁੱਝ ਲਈਏ, ਅਸੀਂ ਹੁਕਮ ਦੇ ਵਿੱਚ ਆ ਜਾਈਏ ਅਤੇ ਸਾਡੇ ਅੰਦਰੋਂ ਹਉਮੈ ਖਤਮ ਹੋ ਜੇ, ਹਉਮੈ ਦਾ ਨਾਸ ਹੋ ਜੇ ਸਾਡੇ ਅੰਦਰ। ਇਹ ਸਾਡੇ ਅੰਦਰ ਹਉਮੈ ਹੋਣ ਕਰਕੇ ਹੀ ਅਸੀਂ ਐਡੀ ਦੂਰ ਆ ਗਏ। ਸਤਿਯੁਗ ਤੋਂ ਚੱਲੇ ਸੀ, ਦੁਆਪਰ ਤ੍ਰੇਤੇ 'ਚ ਸਾਡੇ ਅੰਦਰ ਹਉਮੈ ਆਈ, ਤਾਂਹੀਓ ਸਾਨੂੰ ਮਾਨਸ ਕਹਿਣ ਲੱਗੇ। ਹੁਣ ਕਲਯੁਗ ਆ ਗਿਆ, ਪ੍ਰੇਤ ਰੂਪ ਧਾਰਨ ਕਰ ਲਿਆ, ਅਤੇ ਕਿੰਨੀ ਹਉਮੈ ਵੱਧ ਗਈ, ਕਿੰਨਾ ਹੰਕਾਰ ਵੱਧ ਗਈ। ਮਹਾਰਾਜ ਕਹਿੰਦੇ ਜੇ ਹੁਕਮ ਨੂੰ ਬੁੱਝ ਲਈਏ ਅਤੇ ਹਉਮੈ ਹੰਕਾਰ ਤੋਂ ਹੀ ਰਹਿਤ ਹੋ ਸਕਦਾ। ਤਾਂਹੀਓ ਰੋਜ਼ ਸਮਝਾਉਂਦੇ ਆਪਾਂ ਨੂੰ, ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਈ। ਵੀ ਜੇ ਅਸੀਂ ਹੁਕਮ ਨੂੰ ਬੁੱਝ ਲਾਂਗੇ ਅਤੇ ਹਉਮੈ ਤੋਂ ਰਹਿਤ ਹੋ ਜਾਵਾਂਗੇ, ਅਤੇ ਹਉਮੈ ਕਰਕੇ ਅਸੀਂ ਵਾਰ ਵਾਰ ਜੂਨਾਂ 'ਚ ਆ ਜਾ ਰਹੇ ਹਾਂ। ਮਹਾਰਾਜ ਫਰਮਾਉਂਦੇ ਹਉਮੈ ਈ ਬੰਧਨਾ ਫਿਰ ਜੂਨੀ ਪਾਈ। ਵੀ ਇਹ ਹਉਮੈ ਕਰਕੇ ਅਸੀਂ ਵਾਰ ਵਾਰ ਜੂਨਾਂ 'ਚ ਆ ਜਾ ਰਹੇ ਹਾਂ। ਹੁਣ ਹਉਮੈ ਦਾ ਅਤੇ ਨਾਮ ਦਾ ਆਪਸ ਵਿੱਚ ਵਿਰੋਧ ਹੈ, ਇਹ ਦੋਵੇਂ ਇਕੱਠੇ ਇੱਕ ਥਾਂ 'ਤੇ ਨਹੀਂ ਵਸਦੇ। ਮਹਾਰਾਜ ਫਰਮਾਉਂਦੇ ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਈ।
ਹੁਣ ਆਪਾਂ ਨੂੰ ਕਹਿੰਦੇ ਵੀ ਜੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਅੰਦਰ ਨਾਮ ਵਸੇ ਤੇ ਸਾਨੂੰ ਹਉਮੈ ਤੋਂ ਰਹਿਤ ਹੋਣਾ ਪੈਣਾ। ਜੇ ਅਸੀਂ ਹਉਮੈ ਹੰਕਾਰ ਹੀ ਕਰਦੇ ਰਹੇ ਤੇ ਸਾਡੇ ਅੰਦਰ ਨਾਮ ਨੇ ਵਸਣਾ ਨਹੀਂ। ਫਿਰ ਹੁਣ ਇਹਨੂੰ ਖਤਮ ਕਰਨ ਵਾਸਤੇ ਆਪਣੀ ਮੱਤ ਖਤਮ ਕਰਨ ਵਾਸਤੇ, ਆਪਣੀ ਸਿਆਣਪ ਖਤਮ ਕਰਨ ਵਾਸਤੇ ਫਿਰ ਇਹ ਆਪਾਂ ਸਿਮਰਨ ਅਭਿਆਸ ਕਰਦੇ। ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ ਸਾਡੀ ਆਪਣੀ ਮੱਤ ਖਤਮ ਹੋਏਗੀ। ਜਿਉਂ-ਜਿਉਂ ਸਾਡੀ ਮੱਤ ਖਤਮ ਹੋਏਗੀ ਸਾਨੂੰ ਗੁਰੂ ਅਤੇ ਸਤਿਗੁਰੂ ਦੀ ਮੱਤ ਆਏਗੀ। ਤਾਂਹੀਓ ਆਪਾਂ ਨੂੰ ਮਹਾਰਾਜ ਸਮਝਾਉਂਦੇ ਵੀ ਆਪਦੀ ਮੱਤ ਛੱਡੋ ਅਤੇ ਛੱਡਣ ਵਾਸਤੇ ਸਿਮਰਨ ਕਰੋ। ਸਿਮਰਨ ਕਰਾਂਗੇ ਫਿਰ ਮੱਤ ਛੱਡੀ ਜਾਏਗੀ ਅਤੇ ਫਿਰ ਗੁਰੂ ਅਤੇ ਸਤਿਗੁਰ ਦੀ ਮੱਤ ਆਏਗੀ। ਮਹਾਰਾਜ ਫਰਮਾਉਂਦੇ ਮਨ ਕੀ ਮੱਤ ਤੇ ਆਗੋ ਹਰਿ ਜਨ, ਇਹਾ ਬਾਤ ਕਠੈਨੀ ਆਂਦਨ ਹਰਿ ਹਰਿ ਨਾਮ ਤੇ ਆਵੋ ਗੁਰ ਸਤਿਗੁਰ ਕੀ ਮੱਤ ਲੈਣੀ। ਵੀ ਹੁਣ ਅਸੀਂ ਚਾਹੁੰਦੇ ਹਾਂ ਸਤਿਗੁਰ ਦੀ ਮੱਤ ਲੈਣੀ ਅਤੇ ਕਹਿੰਦੇ ਸਿਮਰਨ ਕਰ। ਆਓ ਹੁਣ ਜੋ ਸਾਨੂੰ ਸਤਿਗੁਰੂ ਕਹਿ ਰਹੇ ਅਭਿਆਸ ਕਰਨ ਨੂੰ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਦੋਂ ਇਹ ਆਪਾਂ ਫਿਰ ਅਭਿਆਸ ਕਰਦੇ ਹਾਂ, ਇਹਦੇ ਨਾਲ ਸਾਡੀ ਮੱਤ ਖਤਮ ਹੁੰਦੀ, ਸਾਡੇ ਮਨ 'ਤੇ ਜਿਹੜੀ ਮੈਲ ਲੱਗੀ ਹੁੰਦੀ ਹੈ ਮੈਲ ਉਤਰਦੀ। ਫਿਰ ਇਸੇ ਵਰਤਾਈ ਆਪਾਂ ਨੂੰ ਸਤਿਗੁਰੂ ਕਹਿੰਦੇ ਵੀ ਜਦੋਂ ਅਸੀਂ ਸਤ ਸੰਗਤ ਕਰਦੇ ਸਾਨੂੰ ਮਾਲਕ ਚੇਤੇ ਆਉਂਦਾ ਅਤੇ ਸਾਧ ਸੰਗਤ ਦੇ ਵਿੱਚ ਆਏ ਸਾਡੇ ਮਨ ਦੀ ਮੈਲ ਉਤਰਦੀ। ਰਮਾਉਂਦੇ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ, ਮਨ ਕੀ ਕਟੀਏ ਮੈਲ ਸਾਧ ਸੰਗ ਵਠਿਆਂ। ਸਾਧ ਸੰਗਤ 'ਚ ਪਹੁੰਚ ਕੇ ਸਾਡੇ ਮਨ ਦੀ ਮੈਲ ਲੈ ਜਾਂਦੀ, ਸਾਡੇ ਮਨ ਤੋਂ ਮੈਲ ਉਤਰ ਜਾਂਦੀ, ਸਾਡਾ ਮਨ ਸ਼ੁੱਧ ਹੋ ਜਾਂਦਾ, ਧੋਤਾ ਜਾਂਦਾ। ਇਹ ਫਿਰ ਸਾਧ ਸੰਗਤ ਦੀ ਵਡਿਆਈ। ਮਹਾਰਾਜ ਤਾਈਓ ਫਿਰ ਆਪਾਂ ਨੂੰ ਸਮਝਾਉਂਦੇ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਂਦੀ ਉਹ ਗੁਰਮੁਖ ਤਰ ਜਾਂਦੇ। ਰਮਾਉਂਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਵੀ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਗਈ ਉਹ ਤਰ ਜਾਂਦੇ। ਤਰਦੇ ਕਿਵੇਂ? ਕਿਉਂਕਿ ਉਹ ਮਨ ਸ਼ੁੱਧ ਹੋ ਜਾਂਦੇ, ਉਹ ਮਨ ਧੋਤੇ ਜਾਂਦੇ, ਉਹ ਮਨ ਨਿਰਮਲ ਹੋ ਜਾਂਦੇ ਅਤੇ ਨਿਰਮਲ ਮਨ ਫਿਰ ਨਾਮ ਦੇ ਨਾਲ ਜੁੜ ਜਾਂਦੇ। ਜਦੋਂ ਮਨ ਸਾਡਾ ਨਿਰਮਲ ਹੋਏਗਾ, ਧੋਤਾ ਜਾਏਗਾ, ਫਿਰ ਹੀ ਅਸੀਂ ਨਾਮ ਨੂੰ ਸੁਣ ਸਕਦੇ, ਫਿਰ ਹੀ ਅਸੀਂ ਘਰ ਜਾ ਸਕਦੇ, ਫਿਰ ਹੀ ਅਸੀਂ ਭਗਤੀ ਕਰ ਸਕਦੇ। ਘਰ ਬੈਠ ਕੇ ਜੇ ਸਾਡਾ ਮਨ ਸ਼ੁੱਧ ਹੋਏਗਾ, ਨਿਰਮਲ ਹੋਏਗਾ। ਜਦ ਤੱਕ ਹੁਣ ਸਾਡਾ ਮਨ ਸ਼ੁੱਧ ਨਹੀਂ ਅਸੀਂ ਘਰ ਨਹੀਂ ਜਾ ਸਕਦੇ। ਆਪਾਂ ਜਦ ਤੱਕ ਘਰ ਨਹੀਂ ਜਾ ਸਕਦੇ ਅਸੀਂ ਭਗਤੀ ਨਹੀਂ ਕਰ ਸਕਦੇ। ਕਿਉਂਕਿ ਭਗਤੀ ਜਿਹੜੀ ਆਪਣੀ ਸ਼ੁਰੂ ਹੋਣੀ ਨਾਮ ਤੋਂ, ਸਹਿਜ ਧੁਨ ਤੋਂ, ਆਪਣੇ ਘਰ ਤੋਂ, ਚੌਥੇ ਪਦ ਤੋਂ। ਇੱਧਰ ਤ੍ਰੈ ਗੁਣਾਂ ਦੇ ਵਿੱਚ ਜਦ ਤੱਕ ਆਪਾਂ ਇੱਥੇ ਸਾਨੂੰ ਭਗਤੀ ਨਹੀਂ ਕਰਨ ਦਿੰਦੇ। ਜਿਹੜਾ ਹੁਣ ਆਪਾਂ ਇਹ ਸਿਮਰਨ ਕਰਦੇ ਹਾਂ ਭਗਤੀ ਨਹੀਂ, ਇਹ ਤਾਂ ਆਪਾਂ ਇੱਥੋਂ ਨਿਕਲਣ ਵਾਸਤੇ ਇਹ ਤਾਂ ਆਪਾਂ ਯੁੱਧ ਕਰ ਰਹੇ ਹਾਂ ਇਹਨਾਂ ਨੂੰ ਵੀ ਕਿਵੇਂ ਨਾ ਕਿਵੇਂ ਅਸੀਂ ਸਿਮਰਨ ਕਰਕੇ ਇੱਥੋਂ ਮਨ ਨੂੰ ਕੱਢ ਲਈਏ ਬਾਹਰ ਤ੍ਰੈ ਗੁਣਾਂ 'ਚੋਂ, ਵਿਚਾਰਾਂ 'ਚ। ਜੋ ਆਪਾਂ ਗੁਰਬਾਣੀ ਪੜ੍ਹਦੇ ਹਾਂ ਇਹ ਸਾਨੂੰ ਗਿਆਨ ਦਿੰਦੇ, ਸੋਝੀ ਦਿੰਦੇ ਵੀ ਇੱਥੋਂ ਨਿਕਲਣਾ ਕਿਵੇਂ, ਸਾਨੂੰ ਵਿਧੀਆਂ ਤਰੀਕੇ ਜੁਗਤੀਆਂ ਦੱਸਦੇ। ਜੇ ਹੁਣ ਅਸੀਂ ਆਖੀਏ ਵੀ ਇਹ ਭਗਤੀ ਹੈ, ਇਹ ਭਗਤੀ ਨਹੀਂ ਹੈ। ਭਗਤੀ ਸ਼ੁਰੂ ਹੁੰਦੀ ਚੌਥੇ ਪਦ। ਭਗਤੀ ਸਾਡੀ ਸ਼ੁਰੂ ਹੁੰਦੀ ਸਹਿਜ ਧੁਨ ਤੋਂ, ਨਾਮ ਤੋਂ। ਮਾਰੇ ਤਾਈਓ ਫਰਮਾਉਂਦੇ ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੇ ਬਿਨ ਭਗਤੀ ਮੈਲ ਨਾ ਜਾਏ। ਬਈ ਜਦੋਂ ਸਾਡੇ ਅੰਦਰ ਸਹਿਜ ਧੁਨ ਪ੍ਰਗਟ ਹੋ ਗਈ, ਅਸੀਂ ਪਾਉਣ ਤੋਂ ਵੱਖ ਹੋ ਕੇ ਉਹਨੂੰ ਸੁਣਨਾ ਸ਼ੁਰੂ ਕਰ ਦਿੱਤਾ। ਇੱਕ ਤਾਂ ਆਪਾਂ ਨੂੰ ਹੁਣ ਜਿਵੇਂ ਸ਼ਬਦ ਸੁਣਦੇ ਅਸੀਂ ਪਾਉਣ 'ਚ ਰਹਿ ਕੇ ਸੁਣਦੇ ਹਾਂ ਵਿਚਾਰਾਂ ਦੇ ਵਿੱਚ, ਬਈ ਆਪਾਂ ਨੂੰ ਇੱਧਰ ਸੰਸਾਰ ਦੀਆਂ ਗੱਲਾਂ ਵੀ ਸੁਣੀ ਜਾਂਦੀਆਂ ਅਤੇ ਉੱਧਰੋਂ ਸ਼ਬਦ ਵੀ ਸੁਣੀ ਜਾਂਦੇ। ਇੱਕ ਹੁੰਦਾ ਵੀ ਜਦੋਂ ਅਸੀਂ ਪਾਉਣ ਤੋਂ ਵੱਖ ਹੋ ਕੇ, ਜਿਵੇਂ ਆਪਾਂ ਰਾਤ ਨੂੰ ਸੌਂ ਜਾਂਦੇ ਹਾਂ, ਸੌਣ ਤੋਂ ਮਗਰੋਂ ਅਸੀਂ ਉਹਨਾਂ ਸ਼ਬਦਾਂ ਨੂੰ ਸੁਣਨਾ। ਉਦੋਂ ਕਹਿੰਦੇ ਪਾਉਣ ਤੋਂ ਅਲੱਗ ਹੋ ਕੇ ਸੁਣਨਾ, ਪਾਉਣ ਤੋਂ ਵੱਖ ਹੋ ਕੇ ਸੁਣਨਾ। ਜਦੋਂ ਅਸੀਂ ਪਾਉਣ ਤੋਂ ਅਲੱਗ ਹੋ ਕੇ ਸੁਣਾਂਗੇ, ਇੱਕ ਤਾਂ ਸਾਡੇ ਸਰੀਰ 'ਤੇ ਕੋਈ ਲੋਡ ਨਹੀਂ ਪਏਗੀ। ਜਿਵੇਂ ਹੁਣ ਇਹ ਸਰੀਰ ਦੀਆਂ ਗਿਆਨ ਇੰਦਰੀ, ਕਰਮ ਇੰਦਰੀ ਤਾਂ ਥੱਕ ਜਾਂਦੇ ਨੇ, ਫਿਰ ਉੱਥੇ ਅਸੀਂ ਥੱਕਾਂਗੇ ਨਹੀਂ। ਉੱਥੇ ਫਿਰ ਉਹ ਅਨਹਦ ਇਲਾਕਾ, ਉਹਦੇ ਵਿੱਚ ਅਸੀਂ ਪ੍ਰਵੇਸ਼ ਹੋ ਜਾਵਾਂਗੇ। ਉਸੇ ਫਿਰ ਮਨ ਦੀ ਦ੍ਰਿਸ਼ਟੀ ਵੀ ਅਨਹਦ ਅਤੇ ਜਿਹੜੀ ਸੁਣਨ ਦੀ ਅਵਸਥਾ ਉਹ ਵੀ ਅਨਹਦ ਹੋ ਜਾਂਦੀ। ਹੁਣ ਇੱਧਰ ਜਦੋਂ ਸਰੀਰ 'ਚ ਅਸੀਂ ਇੱਧਰ ਹੱਦਬੰਦੀ ਵਿੱਚ, ਸਰੀਰ ਜਿਵੇਂ ਨੇਤਰ ਨੇ ਇਹਨਾਂ ਦੀ ਹੱਦਬੰਦੀ, ਕੰਨਾਂ ਦੀ ਹੱਦਬੰਦੀ ਹੈ, ਜਿਹੜੀ ਆਪਾਂ ਆਵਾਜ਼ ਬੋਲਦੇ ਹਾਂ ਮਤਲਬ ਇਹਦੀ ਹੱਦਬੰਦੀ ਹੈ ਵੀ ਕਿੰਨੀ ਕੁ ਦੂਰ ਜਾਂਦੀ। ਜਦੋਂ ਅਸੀਂ ਚੌਥੇ ਪਦ ਵਿੱਚ ਪ੍ਰਵੇਸ਼ ਹੋ ਗਏ ਅਨਹਦ ਇਲਾਕਾ, ਅਤੇ ਉੱਥੇ ਫਿਰ ਸਾਰਾ ਕੁਛ ਹੀ ਅਨਹਦ। ਹੁਣ ਇਸ ਵਾਸਤੇ ਫਿਰ ਆਪਾਂ ਕੋਸ਼ਿਸ਼ ਕਰਨੀ ਵੱਧ ਤੋਂ ਵੱਧ ਆਪਾਂ ਸਿਮਰਨ ਅਭਿਆਸ ਕਰਨਾ ਤਾਂ ਕਿ ਅਸੀਂ ਇੱਥੋਂ ਨਿਕਲ ਸਕੀਏ, ਤ੍ਰੈ ਗੁਣਾਂ ਤੋਂ ਉੱਪਰ ਉੱਠ ਸਕੀਏ। ਗੁਰਬਾਣੀ ਗੁਰੂ ਨੂੰ ਪੜ੍ਹਨਾ, ਵਿਚਾਰਨਾ, ਖੋਜਣਾ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ, ਸਾਨੂੰ ਸਮਝ ਲੱਗ ਜਾਵੇ ਗੁਰਬਾਣੀ ਗੁਰੂ ਸਾਨੂੰ ਕੀ ਕਹਿ ਰਹੇ ਨੇ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰ।
ਇਹ ਜੋ ਆਪਾਂ ਗਿਆਨ ਦੀ ਸਾਂਝ ਪਾਉਂਦੇ, ਸਾਰਾ ਗੁਰਬਾਣੀ ਗੁਰੂ ਦੁਆਰਾ ਪੁੰਨ ਦਿੱਤਾ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਹ ਉਸੇ ਗਿਆਨ ਨੂੰ ਹੀ ਆਪਾਂ ਰੋਜ਼ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਆਪਣੇ ਮਨ ਨੂੰ ਸੋਝੀ ਹੋ ਜੇ, ਭੇਤ ਆ ਜੇ, ਅਤੇ ਇਹਨੂੰ ਵੀ ਆਪਾਂ ਗੁਰੂ ਦੀ ਮੱਤ ਦੇ ਕੇ ਘਰ ਲੈ ਚੱਲੀ, ਅਤੇ ਇਹ ਵੀ ਘਰ ਦੇ ਵਿੱਚ ਜਾ ਕੇ ਸੁੱਖ ਲਵੇ, ਆਨੰਦ ਲਵੇ। ਸੋ ਗੁਰਮੁਖ ਪਿਆਰਿਓ, ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿ